ਸਭ ਤੋਂ ਪਹਿਲਾਂ ਸਾਰੇ ਹੀ ਸਟੂਡੈਂਟਸ ਦਾ ਬੇਟਾ ਅੱਜ ਦੀ ਕਲਾਸ ਦੇ ਵਿੱਚ ਬਹੁਤ-ਬਹੁਤ ਵੈਲਕਮ। ਅੱਜ ਦੀ ਕਲਾਸ ਦੇ ਵਿੱਚ ਆਪਾਂ ਜੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੁਆਰਾ ਉਹਦੀ ਜਿਹੜੀ ਸਾਈਟ ਹੈ ਉਸ ਦੇ ਉੱਪਰ ਜਿਹੜਾ ਮਾਡਲ ਟੈਸਟ ਪੇਪਰ ਬੇਟਾ ਅਪਲੋਡ ਕੀਤਾ ਗਿਆ ਹੈਗਾ। ਜਿਹੜੀ ਇਹ ਸਾਈਟ ਹੈ ਤੁਸੀਂ ਜਦੋਂ ਗੂਗਲ ਦੇ ਵਿੱਚ pseb.ac.in ਭਰੋਗੇ ਤਾਂ ਉੱਥੋਂ ਇਹ ਤੁਸੀਂ ਜਿਹੜਾ ਪੇਪਰ ਹੈ ਬੇਟਾ ਉੱਥੋਂ ਡਾਊਨਲੋਡ ਕਰ ਸਕਦੇ ਹੋ। ਠੀਕ ਹੈ, ਤਾਂ ਉੱਥੋਂ ਹੀ ਮੈਂ ਡਾਊਨਲੋਡ ਕੀਤਾ ਹੋਇਆ। ਤਾਂ ਆਪਾਂ ਇਹਦਾ ਅੱਜ ਪੂਰਾ ਸੋਲੂਸ਼ਨ ਕਰਾਂਗੇ, ਇਹਨੂੰ ਹੱਲ ਕਰਾਂਗੇ। ਔਰ ਹੱਲ ਕਰਨ ਤੋਂ ਪਹਿਲਾਂ ਥੋੜ੍ਹੀ ਜਿਹੀ ਤੁਹਾਨੂੰ ਬੇਟਾ ਇਨਫੋਰਮੇਸ਼ਨ ਦੇ ਦਈਏ। ਜਿਹੜਾ ਸਾਡਾ 10ਵੀਂ ਕਲਾਸ ਦਾ ਟਰਮ 1 ਐਗਜ਼ਾਮ ਦਾ ਮਾਡਲ ਟੈਸਟ ਪੇਪਰ ਹੋਊਗਾ ਉਸ ਦੇ ਵਿੱਚ ਸਾਡੇ ਕੋਲੇ ਜਿਹੜੇ ਕੁਐਸਚਨ ਆਉਣੇ ਆ, ਦੇਖੋ ਸਭ ਤੋਂ ਪਹਿਲਾਂ ਸਾਡੇ ਕੋਲੇ 40 ਅੰਕ ਦਾ ਇਹ ਪ੍ਰਸ਼ਨ ਆਉਣਾ ਹੈਗਾ, ਪੇਪਰ ਆਉਣਾ ਹੈਗਾ। ਔਰ ਇਸ ਦੇ ਵਿੱਚ 40 ਹੀ ਸਾਡੇ ਕੋਲੇ ਇੱਕ ਅੰਕ ਵਾਲੇ ਪ੍ਰਸ਼ਨ ਆਉਣਗੇ। ਕਿਹੜੇ ਚੈਪਟਰ ਦੇ ਵਿੱਚੋਂ ਕਿੰਨੇ ਨੰਬਰ ਦਾ ਪੇਪਰ ਆਉਣਾ ਹੈ ਇਹਦਾ ਬੇਟਾ ਤੁਸੀਂ ਸਕਰੀਨਸ਼ਾਟ ਲੈ ਲਓ। ਪਹਿਲਾ ਜਿਹੜਾ ਸਾਡੇ ਕੋਲੇ ਚੈਪਟਰ ਹੈ ਵਾਸਤਵਿਕ ਸੰਖਿਆਵਾਂ, ਇਹਦੇ ਵਿੱਚੋਂ ਕੁੱਲ 5 ਅੰਕ ਦੇ 5 ਪ੍ਰਸ਼ਨ ਤੁਹਾਨੂੰ ਇੱਕ ਨੰਬਰ ਵਾਲੇ ਪੁੱਛੇ ਜਾਣਗੇ। ਇਸੇ ਤਰ੍ਹਾਂ ਦੂਸਰਾ ਜਿਹੜਾ ਚੈਪਟਰ ਹੈ ਬਹੁਪਦ, ਉਹਦੇ ਵਿੱਚੋਂ ਵੀ 5। ਤੀਸਰਾ ਜਿਹੜਾ ਸਾਡੇ ਕੋਲੇ ਚੈਪਟਰ ਹੈ 2 ਚੱਲਾਂ ਵਾਲੇ ਰੇਖੀ ਸਮੀਕਰਨ ਦੇ ਜੋੜੇ, ਉਹਦੇ ਵਿੱਚੋਂ 5 ਕੁਐਸਚਨ। ਤਾਂ ਇਸੇ ਤਰ੍ਹਾਂ ਚੱਕਰ ਵਾਲਾ ਜਿਹੜਾ 10ਵਾਂ ਚੈਪਟਰ ਹੈ ਉਹਦੇ ਵਿੱਚੋਂ 4 ਪ੍ਰਸ਼ਨ ਪੁੱਛੇ ਜਾਣਗੇ। ਔਰ ਨਿਰਦੇਸ਼ਾਂਕ ਜਮੈਤੀ ਵਾਲਾ ਜਿਹੜਾ ਚੈਪਟਰ ਉਹਦੇ ਵਿੱਚੋਂ 5 ਪੁੱਛੇ ਜਾਣਗੇ। ਇਹ ਸਾਰੇ ਦੇ ਸਾਰੇ ਇਸੇ ਤਰੀਕੇ ਨਾਲ ਤੁਹਾਨੂੰ ਬੇਟਾ ਇਹਦੀ ਜਿਹੜੀ ਡਿਟੇਲ ਹੈ ਉਹ ਦਿੱਤੀ ਹੋਈ ਹੈ। ਇਸੇ ਤਰੀਕੇ ਨਾਲ ਜਿਹੜਾ ਸਾਡੇ ਕੋਲ ਅਗਲਾ ਚੈਪਟਰ ਹੈ ਤਿਕੋਣਮਿਤੀ ਬਾਰੇ ਜਾਣ ਪਛਾਣ, 8ਵਾਂ ਚੈਪਟਰ, ਉਹਦੇ ਵਿੱਚੋਂ 6 ਪ੍ਰਸ਼ਨ ਪੁੱਛੇ ਜਾਣਗੇ। ਔਰ ਉਸ ਤੋਂ ਬਾਅਦ ਜਿਹੜਾ ਚੱਕਰ ਨਾਲ ਸੰਬੰਧਿਤ ਖੇਤਰਫਲ 12ਵਾਂ ਚੈਪਟਰ ਹੈ ਉਹਦੇ ਵਿੱਚੋਂ 4 ਪ੍ਰਸ਼ਨ ਪੁੱਛੇ ਜਾਣਗੇ। ਤਾਂ ਸੰਭਾਵਨਾ ਵਾਲਾ ਜਿਹੜਾ ਲਾਸਟ ਚੈਪਟਰ ਹੈ 15ਵਾਂ, ਉਹਦੇ ਸਾਡੇ ਕੋਲੇ 6 ਪ੍ਰਸ਼ਨ ਪੁੱਛੇ ਜਾਣਗੇ। ਤਾਂ ਟੋਟਲ ਸਾਡੇ ਕੋਲੇ 40 ਹੀ ਅੰਕ ਦਾ ਪੇਪਰ ਹੋਊਗਾ ਔਰ 40 ਹੀ ਸਾਨੂੰ ਪ੍ਰਸ਼ਨ ਪੁੱਛੇ ਜਾਣਗੇ। ਤਾਂ ਜਿਹੜਾ ਸਾਨੂੰ ਮਾਡਲ ਟੈਸਟ ਪੇਪਰ ਬੇਟਾ ਵਿਭਾਗ ਦੀ ਸਾਈਟ ਦੇ ਉੱਪਰ ਪਾਇਆ ਗਿਆ ਹੈਗਾ ਉਹ ਬਿਲਕੁਲ ਹੂ ਜਿਹੜਾ ਸਾਡੇ ਕੋਲੇ ਪੈਟਰਨ ਹੈ ਉਹਦੇ ਅਕੋਰਡਿੰਗ ਹੀ ਪਾਇਆ ਹੋਇਆ। ਜਿਸ ਤਰ੍ਹਾਂ ਦਾ ਤੁਹਾਨੂੰ ਜਿਹੜਾ ਐਨੂਅਲ ਪੇਪਰ ਆਊਗਾ ਉਸ ਦੇ ਨਾਲ ਮੇਲ ਖਾਂਦਾ ਹੀ ਪੇਪਰ ਹੈ। ਜੇ ਤੁਸੀਂ ਇਹਦੀ ਵਧੀਆ ਤਿਆਰੀ ਕਰ ਲਓਗੇ ਤਾਂ ਜਿਹੜਾ ਤੁਹਾਡਾ ਟਰਮ 1 ਐਗਜ਼ਾਮ ਦਾ ਪੇਪਰ ਹੈ ਉਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਮਿਲੂਗੀ। ਔਰ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕੁਐਸਟ, ਸਾਰੇ ਸਟੂਡੈਂਟਸ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਜਿਹੜਾ ਉਹਦਾ ਬੈਲ ਦਾ ਨੋਟੀਫਿਕੇਸ਼ਨ ਹੈ ਉਸ ਨੂੰ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਵੀਡੀਓ ਲੈ ਕੇ ਆਈਏ ਤਾਂ ਉਹਦਾ ਜਿਹੜਾ ਨੋਟੀਫਿਕੇਸ਼ਨ ਹੈ ਸਭ ਤੋਂ ਪਹਿਲਾਂ ਬੇਟਾ ਤੁਹਾਡੇ ਤੱਕ ਪਹੁੰਚੇ ਔਰ ਤੁਸੀਂ ਉਸ ਨੂੰ ਬੜੀ ਆਸਾਨੀ ਨਾਲ ਦੇਖ ਸਕੋ। ਤਾਂ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ। ਫਸਟ ਕੁਐਸਚਨ ਦੇਖੋ ਬੇਟਾ ਸਾਡੇ ਕੋਲੇ ਕੀ ਹੈ। ਦਿੱਤੇ ਗਏ ਗੁਣਖੰਡ ਰੁੱਖ ਵਿੱਚ ਅਗਿਆਤ ਅੰਕ ਪਤਾ ਕਰੋ। ਜਾਣੀ ਜਿਹੜਾ ਸਾਨੂੰ ਇੱਕ ਫੈਕਟਰ ਟਰੀ ਦਿੱਤਾ ਹੋਇਆ ਹੈ ਉਹਦੇ ਵਿੱਚ ਜਿਹੜਾ ਕੁਐਸਚਨ ਮਾਰਕ ਆ ਜਗ੍ਹਾ 'ਤੇ ਇਹਦੀ ਅਸੀਂ ਵੈਲਿਊ ਹੈ ਜਿਹੜੀ ਉਹ ਫਾਈਂਡ ਆਊਟ ਕਰਨੀ ਹੈ। ਦੇਖੋ ਪਹਿਲਾਂ ਸਾਡੇ ਕੋਲੇ ਕਿੰਨਾ ਸੀਗਾ, ਸਭ ਤੋਂ ਪਹਿਲਾਂ ਕਿੰਨਾ ਦੇਖੋ 18 ਹੈ ਸਾਡੇ ਕੋਲ। ਤਾਂ ਦੇਖੋ 2 ਇੱਥੇ ਦਿੱਤਾ ਹੋਇਆ 2 ਦੀ ਕਿਸ ਨਾਲ ਗੁਣਾ ਕਰੀਏ 18 ਬਣ ਜੇ। ਤਾਂ ਦੇਖੋ 9 ਗੁਣਾ 2 ਕੀ ਹੁੰਦਾ 18 ਹੁੰਦਾ। ਇਸੇ ਤਰ੍ਹਾਂ ਇੱਧਰ ਦੇਖੋ 3 ਤੇ 3 ਦੀ ਗੁਣਾ ਕਿੰਨੀ ਬਣਦੀ ਹੈ, 3 ਗੁਣਾ 3 9 ਬਣਦੀ ਹੈ। ਇਸੇ ਤਰ੍ਹਾਂ 9 ਤੇ 2 ਦੀ ਜਦੋਂ ਅਸੀਂ ਗੁਣਾ ਕਰਾਂਗੇ, ਮਲਟੀਪਲਾਈ ਕਰਾਂਗੇ, 9 ਗੁਣਾ 2 ਕਿੰਨਾ ਬਣਦਾ 18 ਬਣਦਾ। ਤਾਂ ਸਾਡੇ ਕੋਲੇ ਆਨਸਰ ਕਿੰਨਾ ਆਇਆ 9 ਯਾਨੀ 9। ਤਾਂ ਲਾਸਟ ਆਪਸ਼ਨ ਸਾਡਾ ਕੀ ਹੈ ਬੇਟਾ ਰਾਈਟ ਆਨਸਰ ਹੈ। ਤਾਂ ਅਗਲਾ ਪ੍ਰਸ਼ਨ ਦੇਖੋ ਕੀ ਹੈ। ਨੈਕਸਟ ਕੁਐਸਚਨ ਦੇ ਵਿੱਚ ਤੁਹਾਡੇ ਕੋਲ ਕੀ ਹੈ, 2 ਸੰਖਿਆਵਾਂ ਦੇ ਮਹੱਤਮ ਸਮਾਪ ਵਰਤਕ ਅਤੇ ਲਘੁੱਤਮ ਸਮਾਪ ਵਰਤਿਆ, ਯਾਨੀ ਇੱਕ HCF ਔਰ ਇੱਕ LCM, ਦੋਨਾਂ ਦਾ ਜਿਹੜਾ ਗੁਣਫਲ ਹੈ ਉਹ ਪੁੱਛਿਆ ਹੋਇਆ। ਦੋਨਾਂ ਦੀ ਪ੍ਰੋਡਕਟ ਹੈ ਜਿਹੜੀ ਉਹ ਕਿਸ ਦੇ ਬਰਾਬਰ ਹੋਊਗੀ। ਤਾਂ ਇਹ ਬੇਟਾ ਮੈਂ ਤੁਹਾਨੂੰ ਪਹਿਲਾਂ ਲਾਸਟ ਵੀਡੀਓ ਦੇ ਵਿੱਚ ਵੀ ਦੱਸਿਆ ਸੀ, HCF ਔਰ LCM ਦੀ ਜਿਹੜੀ ਗੁਣਾ ਹੁੰਦੀ ਹੈ ਉਹ ਕਿਸ ਦੇ ਬਰਾਬਰ ਹੁੰਦੀ ਹੈ, ਪਹਿਲੀ ਸੰਖਿਆ ਗੁਣਾ ਦੂਸਰੀ ਸੰਖਿਆ, ਦੋਨੋਂ ਸੰਖਿਆਵਾਂ ਦੀ ਗੁਣਾ ਦੇ ਬਰਾਬਰ ਯਾਨੀ ਮਲਟੀਪਲਾਈ ਦੇ ਬਰਾਬਰ ਉਹ ਹੁੰਦੀ ਹੈ। ਤਾਂ ਇੱਥੇ ਦੇਖੋ ਸੈਕੰਡ ਆਪਸ਼ਨ ਦੇ ਵਿੱਚ ਕੀ ਦਿੱਤਾ ਹੋਇਆ, ਸੰਖਿਆਵਾਂ ਦੀ ਗੁਣਾ ਦੇ ਬਰਾਬਰ। ਤਾਂ ਦੂਸਰਾ ਉੱਤਰ ਸਾਡਾ ਕੀ ਹੈਗਾ ਰਾਈਟ ਆਨਸਰ ਹੈਗਾ। ਅੱਗੇ ਚੱਲਦੇ ਹਾਂ ਥਰਡ ਕੁਐਸਚਨ ਤੇ। ਤੀਸਰਾ ਕੁਐਸਚਨ ਹੈ, ਬਿਨਾਂ ਲੰਬੀ ਵੰਡ ਪ੍ਰਕਿਰਿਆ ਕਰਦਿਆਂ ਦੱਸੋ ਕਿ ਪ੍ਰਮੇୟ ਸੰਖਿਆ 17/8 ਦਾ ਦਸ਼ਮਲਵ ਪ੍ਰਸਾਰ ਕਿਸ ਤਰ੍ਹਾਂ ਦਾ ਹੋਵੇਗਾ। ਦੇਖੋ 17/8 ਹੈ ਬੇਟਾ ਜਿਹੜੀ ਇਹ ਸੰਖਿਆ ਇੱਕ ਪ੍ਰਮੇୟ ਸੰਖਿਆ ਹੈ ਔਰ ਪ੍ਰਮੇୟ ਸੰਖਿਆ ਦਾ ਜਿਹੜਾ ਦਸ਼ਮਲਵ ਰੂਪ ਹੁੰਦਾ ਹੈ ਉਹ ਜਾਂ ਤਾਂ ਸ਼ਾਂਤ ਹੁੰਦਾ ਹੈ ਔਰ ਜਾਂ ਹੁੰਦਾ ਅਸ਼ਾਂਤ ਆਵਰਤੀ। ਅਸ਼ਾਂਤ ਆਵਰਤੀ, ਇਹਨਾਂ ਦੋਨਾਂ ਦੇ ਵਿੱਚੋਂ ਇੱਕ ਆਨਸਰ ਸਾਡਾ ਹੋਊਗਾ। ਠੀਕ ਹੈ, ਜਦੋਂ ਵੀ ਤੁਹਾਨੂੰ ਪ੍ਰਮੇୟ ਸੰਖਿਆ ਕੋਈ ਦਿੱਤੀ ਹੋਈ ਹੈ ਵਟਿਆਂ ਦੇ ਵਿੱਚ 17/8 ਸੀ ਜਿਵੇਂ ਇਹ, ਉਹਦੇ 2 ਹੀ ਆਨਸਰ ਹੋ ਸਕਦੇ ਹੈ, ਜਾਂ ਤਾਂ ਸ਼ਾਂਤ ਜਾਂ ਅਸ਼ਾਂਤ ਆਵਰਤੀ। ਤਾਂ ਜਿਹੜਾ ਆਪਣੇ ਕੋਲੇ ਤੀਸਰਾ ਆਪਸ਼ਨ ਸੀ ਇਹਨੂੰ ਵੀ ਕੱਟ ਦਿਓ ਔਰ ਚੌਥੇ ਨੂੰ ਵੀ ਕੱਟ ਦਿਓ। ਤਾਂ ਇਹਨਾਂ ਦੋਨਾਂ 'ਚੋਂ ਅਸੀਂ ਆਨਸਰ ਦੇਣਾ ਹੈਗਾ। ਤਾਂ ਕੀ ਕਰੋ, ਜਿਹੜਾ 17/8 ਹੈ ਉਹਦੇ ਜਿਹੜੀ ਬਟਾ 'ਚ ਸੰਖਿਆ ਬੇਟਾ ਦੇਖੋ ਕਿੰਨੀ 8 ਹੈ।
ਤਾਂ ਅਸੀਂ 8 ਦੇ ਗੁਣਨਖੰਡ ਕਰਨੇ ਆ, ਪਹਿਲਾਂ ਫੈਕਟਰ ਕਰਨੇ ਆ। 8 ਦੇ ਫੈਕਟਰ ਕੀ ਬਣਨਗੇ 2 ਗੁਣਾ 2 ਗੁਣਾ 2, 2 ਦੂਣੀ 4, 4 ਦੂਣੀ 8। ਇਹਨੂੰ ਅਸੀਂ ਲਿਖ ਸਕਦੇ ਹਾਂ 2 ਦੀ ਪਾਵਰ 3। ਤਾਂ ਲਾਸਟ ਵੀਡੀਓ ਦੇ ਵਿੱਚ ਵੀ ਦੱਸਿਆ ਸੀ, ਦੁਬਾਰਾ ਫੇਰ ਦੱਸ ਦਿੰਦੇ ਬੇਟਾ, ਜਦੋਂ ਜਿਹੜੇ ਹਰ ਦੇ ਗੁਣਨਖੰਡ ਹੁੰਦੇ ਆ ਹੇਠਾਂ ਵਾਲੇ ਦੇ ਇਸ ਤਰ੍ਹਾਂ ਦੇ ਹੁਣ 2 ਦੀ ਪਾਵਰ m ਗੁਣਾ 5 ਦੀ ਪਾਵਰ n, ਜਾਂ ਤਾਂ ਉੱਥੇ ਤੁਹਾਨੂੰ 2 ਤੇ ਜਾਂ 5 ਦੋ ਹੀ ਫੈਕਟਰ ਤੁਹਾਨੂੰ ਮਿਲਣ, 2 ਦੀ ਪਾਵਰ ਕੁਛ ਹੋਵੇ ਜਾਂ 5 ਦੀ ਪਾਵਰ ਵੀ ਕੁਛ ਹੋਵੇ ਨਾਲ। 2 ਤੇ 5 ਤੋਂ ਇਲਾਵਾ ਕੋਈ ਹੋਰ ਗੁਣਨਖੰਡ ਨਾ ਬਣਦਾ ਹੋਵੇ ਹੇਠਾਂ ਜਿਹੜੀ ਸੰਖਿਆ ਹਰ ਹੈ ਜਿਹੜਾ, ਤਾਂ ਸਾਡੇ ਕੋਲੇ ਜਿਹੜਾ ਦਸ਼ਮਲਵ ਰੂਪ ਹੈ ਉਹ ਕੀ ਆਉਂਦਾ ਹੁੰਦਾ, ਸ਼ਾਂਤ ਆਉਂਦਾ ਹੁੰਦਾ। ਜੇ ਇਸ ਤੋਂ ਇਲਾਵਾ ਮੰਨ ਲਓ ਕੋਈ ਫੈਕਟਰ ਇਸ ਤਰ੍ਹਾਂ ਦੇ ਮਿਲਦੇ 2 ਗੁਣਾ 3 ਗੁਣਾ 5, ਠੀਕ ਹੈ, 2 ਤੇ 5 ਤੋਂ ਇਲਾਵਾ ਕਿਹੜਾ ਫੈਕਟਰ ਆ ਗਿਆ ਇੱਥੇ, ਹੁਣ 3 ਆ ਗਿਆ, ਤਾਂ ਸਾਡਾ ਦਸ਼ਮਲਵ ਰੂਪ ਹੋਊਗਾ ਅਸ਼ਾਂਤ ਆਵਰਤੀ। ਇਹ ਗੱਲ ਦਾ ਧਿਆਨ ਰੱਖਣਾ ਹੈ। ਜੇ ਤਾਂ ਗੁਣਨਖੰਡ ਸਾਨੂੰ ਸਿਰਫ 2 ਜਾਂ 5 ਦੀ ਪਾਵਰ ਦੇ ਵਿੱਚ ਹੀ ਮਿਲਦੇ ਹੈ, ਚਾਹੇ ਦੋਨੋਂ ਹੋਣ, 2 ਵੀ ਹੋਵੇ 5 ਵੀ ਹੋਵੇ, ਤਾਂ ਸਾਡਾ ਜਿਹੜਾ ਦਸ਼ਮਲਵ ਰੂਪ ਹੈ ਉਹ ਸ਼ਾਂਤ ਹੋਊਗਾ। ਜੇ ਇਸ ਤੋਂ ਇਲਾਵਾ 2 ਤੇ 5 ਤੋਂ ਇਲਾਵਾ ਕੋਈ ਹੋਰ ਗੁਣਨਖੰਡ ਆ ਜਾਂਦਾ, ਹੋਰ ਫੈਕਟਰ ਆ ਜਾਂਦਾ ਹੈ, ਤਾਂ ਸਾਡਾ ਜਿਹੜਾ ਦਸ਼ਮਲਵ ਰੂਪ ਹੈ ਫਿਰ ਹੋਊਗਾ ਅਸ਼ਾਂਤ ਆਵਰਤੀ। ਇਸ ਗੱਲ ਨੂੰ ਬੇਟਾ ਤੁਸੀਂ ਧਿਆਨ ਰੱਖਣਾ ਹੈ। ਅਗਲਾ ਪ੍ਰਸ਼ਨ ਦੇਖੋ, ਵਰਗਮੂਲ 5 ਮਾਈਨਸ 3 ਇੱਕ ਡੈਸ਼ ਸੰਖਿਆ ਹੈ। ਤਾਂ ਜਦੋਂ ਦੇਖੋ ਵਰਗਮੂਲ 5 ਆ ਗਿਆ, ਇਹ ਖਤਮ ਨਹੀਂ ਹੋ ਰਿਹਾ ਇੱਥੋਂ, ਸਕੁਏਅਰ ਰੂਟ 5 ਹੈ ਜਿਹੜਾ, ਤਾਂ ਇੱਥੇ ਸਾਡੇ ਕੋਲ ਇਹਦਾ ਆਨਸਰ ਕੀ ਹੋਊਗਾ, ਅਪਰਿਮੇਯ ਸੰਖਿਆ, ਕਿਉਂਕਿ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਸੰਖਿਆਵਾਂ ਹੈ, ਵਰਗਮੂਲ 2, ਵਰਗਮੂਲ 3, ਵਰਗਮੂਲ 5, ਵਰਗਮੂਲ 7, ਇਹ ਸਾਰੀਆਂ ਹੀ ਅਪਰਿਮੇਯ ਸੰਖਿਆਵਾਂ ਹੈ। ਔਰ ਅਪਰਿਮੇਯ ਸੰਖਿਆ ਦਾ ਦਸ਼ਮਲਵ ਰੂਪ ਹੁੰਦਾ ਹੈ ਅਸ਼ਾਂਤ ਅਨਵਰਤੀ, ਜੇ ਪੁੱਛਿਆ ਜਾਵੇ ਤਾਂ। ਅਗਲਾ ਪ੍ਰਸ਼ਨ, 5ਵਾਂ ਕੁਐਸਚਨ ਸਾਡੇ ਕੋਲੇ ਦੇਖੋ ਕੀ ਹੈ, ਜੇਕਰ ਕਿਸੇ ਸੰਖਿਆ ਨੂੰ 5 ਨਾਲ ਭਾਗ ਕਰਦੇ ਹਾਂ ਤੇ r ਬਾਕੀ ਬਚਦਾ ਹੈ ਤਾਂ r ਦਾ ਮੁੱਲ ਕੀ ਹੋਵੇਗਾ। ਇਹ ਬਹੁਤ ਹੀ ਸਿੰਪਲ ਜਿਹਾ ਕੁਐਸਚਨ ਹੈ ਬੇਟਾ। ਜਿਹੜਾ ਬਾਕੀ ਹੁੰਦਾ ਹੈ r, ਜਿਹਨੂੰ ਅਸੀਂ ਬਾਕੀ ਕਹਿੰਦੇ ਹਾਂ, ਇਹ ਬੇਟਾ 5ਵਾਂ ਕੁਐਸਚਨ ਕਰ ਰਹੇ ਹਾਂ ਅਸੀਂ, ਉਹ ਹਮੇਸ਼ਾ 0 ਤੋਂ ਵੱਡਾ ਹੁੰਦਾ ਹੈ ਜਾਂ 0 ਦੇ ਬਰਾਬਰ ਹੁੰਦਾ ਹੈ। ਇੱਥੇ ਦੋਨੋਂ ਸਾਈਨ ਲੱਗੇ ਹੋਏ ਦੇਖੋ, 0 ਤੋਂ ਵੱਡਾ ਜਾਂ 0 ਤੋਂ ਦੇ ਬਰਾਬਰ। ਔਰ ਭਾਗ ਕਰਨ ਵਾਲੇ ਤੋਂ, ਭਾਜਕ ਤੋਂ ਹਮੇਸ਼ਾ ਕੀ ਹੋਊਗਾ, ਛੋਟਾ ਹੋਊਗਾ, ਡਿਵਾਈਜ਼ਰ ਤੋਂ ਹਮੇਸ਼ਾ ਕੀ ਹੋਊਗਾ, ਛੋਟਾ ਹੋਊਗਾ, ਠੀਕ ਹੈ। ਤਾਂ ਇੱਥੇ ਭਾਗ ਕਿਹਦੇ ਨਾਲ ਕੀਤਾ ਗਿਆ ਸੀ, 5 ਨਾਲ। ਤਾਂ ਸਾਡਾ ਜਿਹੜਾ r ਦਾ ਮੁੱਲ ਹੈ ਉਹ ਕੀ ਹੋਣਾ ਚਾਹੀਦਾ ਹੈਗਾ, 0 ਤੋਂ ਵੱਡਾ ਜਾਂ ਬਰਾਬਰ, ਔਰ 5 ਤੋਂ ਕੀ ਹੋਣਾ ਚਾਹੀਦਾ ਹੈ, ਛੋਟਾ। ਇਹ ਆਨਸਰ ਦੇਖੋ ਬੇਟਾ ਕਿੱਥੇ ਹੈਗਾ, ਤਾਂ ਤੁਸੀਂ ਦੇਖੋਗੇ ਸੈਕੰਡ ਆਪਸ਼ਨ ਦੇ ਵਿੱਚ ਇਹ ਸਾਨੂੰ ਆਨਸਰ ਮਿਲ ਰਿਹਾ। ਤਾਂ ਇਹੀ ਸਾਡਾ ਕੀ ਹੈਗਾ, ਰਾਈਟ ਆਨਸਰ। 6ਵਾਂ ਕੁਐਸਚਨ ਦੇਖੋ, ਗ੍ਰਾਫ ਦਿੱਤਾ ਹੋਇਆ ਸਾਈਡ ਤੇ, ਕਿਸੇ ਬਹੁਪਦ px ਦੇ ਦਿੱਤੇ ਆਲੇਖ ਤੋਂ ਸਿਫਰਾਂ ਦੀ ਗਿਣਤੀ ਪਤਾ ਕਰੋ। ਤਾਂ ਅਸੀਂ ਨੰਬਰ ਆਫ ਜ਼ੀਰੋਜ਼ ਦੱਸਣਾ ਹੈ। ਤਾਂ ਜਿਹੜਾ ਇਹ ਆਪਣੇ ਕੋਲੇ ਪੇਪਰ ਹੈ ਉਹ ਸਿਰਫ ਪੰਜਾਬੀ ਮੀਡੀਅਮ ਦੇ ਵਿੱਚ ਹੀ ਅਵੇਲੇਬਲ ਹੈ। ਕੋਸ਼ਿਸ਼ ਕਰਦੇ ਹਾਂ ਨਾਲ ਨਾਲ ਤੁਹਾਨੂੰ ਦੱਸਣ ਦੀ, ਠੀਕ ਹੈ। ਤਾਂ ਨੰਬਰ ਆਫ ਜ਼ੀਰੋਜ਼ ਸਾਨੂੰ ਪੁੱਛਿਆ ਹੋਇਆ ਸਿਫਰਾਂ ਦੀ ਗਿਣਤੀ। ਤਾਂ ਜਿੰਨੇ ਵਾਰ ਜਿਹੜਾ ਗ੍ਰਾਫ ਹੈ ਐਕਸ ਐਕਸਿਸ ਨੂੰ ਜਾਨੀ ਐਕਸ ਧੁਰੇ ਨੂੰ ਕੱਟਦਾ ਹੈ ਜਾਂ ਟੱਚ ਕਰਦਾ ਹੈ, ਓਨੀਆਂ ਹੀ ਉਸ ਬਹੁਪਦ ਦੀਆਂ ਬੇਟਾ ਕੀ ਹੁੰਦੀਆਂ, ਸਿਫਰਾਂ ਹੁੰਦੀਆਂ। ਦੇਖੋ ਐਕਸ ਧੁਰੇ ਨੂੰ ਗ੍ਰਾਫ ਇੱਥੋਂ ਸ਼ੁਰੂ ਹੋਇਆ, ਇੱਕ ਤਾਂ ਪੁਆਇੰਟ ਤੇ ਕੱਟ ਗਿਆ, ਦੇਖੋ ਐਕਸ ਧੁਰੇ ਨੂੰ, ਐਕਸ ਐਕਸਿਸ ਨੂੰ, ਇੱਕ ਇੱਥੇ ਕੱਟ ਗਿਆ, ਫਿਰ ਇੱਥੇ ਕੱਟ ਗਿਆ, ਫਿਰ ਇੱਥੇ ਕੱਟ ਗਿਆ। ਤਾਂ ਦੇਖੋ ਐਕਸ ਐਕਸਿਸ ਨੂੰ ਜਿਹੜਾ ਗ੍ਰਾਫ ਹੈ ਉਹ 4 ਪੁਆਇੰਟਾਂ ਦੇ ਉੱਪਰ, 4 ਬਿੰਦੂਆਂ ਦੇ ਉੱਪਰ ਕੱਟ ਰਿਹਾ ਹੈ। ਚਾਰੋਂ ਬਿੰਦੂ ਤੁਹਾਨੂੰ ਮੈਂ ਗ੍ਰਾਫ ਦੇ ਉੱਪਰ ਦਰਸਾਤੇ। ਤਾਂ ਦੇਖੋ ਫਿਰ ਕਿੰਨੀਆਂ ਸਿਫਰਾਂ ਹੋਣਗੀਆਂ, ਇਸ ਬਹੁਪਦ ਦੇ ਕਿੰਨੇ ਨੰਬਰ ਆਫ ਜ਼ੀਰੋਜ਼ ਹੋਣਗੀਆਂ, 4। ਤਾਂ ਸਾਡਾ ਆਨਸਰ ਕੀ ਹੋਊਗਾ, ਚੌਥਾ ਆਪਸ਼ਨ ਸਾਡਾ ਕੀ ਹੋਊਗਾ, ਰਾਈਟ ਆਨਸਰ ਹੋਊਗਾ। ਨੰਬਰ ਆਫ ਜ਼ੀਰੋਜ਼ ਹੈ ਜਿਹੜੀ, ਨੰਬਰ ਆਫ ਜ਼ੀਰੋਜ਼, ਸਿਫਰਾਂ ਦੀ ਗਿਣਤੀ ਉਹ ਕਿੰਨੀ ਹੈ, 4 ਹੈ। ਤਾਂ ਇਹੀ ਸਾਡਾ ਆਨਸਰ ਹੈ। ਅਗਲਾ ਕੁਐਸਚਨ ਦੇਖੋ, ਇੱਕ ਬਹੁਪਦ ਸਾਨੂੰ ਦਿੱਤਾ ਹੋਇਆ px, ਇੱਕ ਉਹ ਕੀ ਹੈ ਸਾਡੇ ਕੋਲੇ, 2 ਘਾਤੀ ਬਹੁਪਦ ਹੈ, ਕੁਆਡਰੈਟਿਕ ਹੈ, ax² + bx + c। ਦੱਸਣਾ ਕੀ ਹੈ ਸਾਡੇ ਕੋਲੇ, ਤਾਂ c/a ਦਾ px ਦੇ ਸਿਫਰਾਂ ਨਾਲ ਕੀ ਸੰਬੰਧ ਹੈ, ਇਹ ਸਾਨੂੰ ਪੁੱਛਿਆ ਹੋਏਗਾ। ਦੇਖੋ ਇੱਕ ਤਾਂ ਹੁੰਦਾ ਸਾਡੇ ਕੋਲੇ ਬੇਟਾ -b/a ਔਰ ਇੱਕ ਹੁੰਦਾ c/a। ਇਸ ਗੱਲ ਨੂੰ ਤੁਸੀਂ ਯਾਦ ਰੱਖਣਾ ਹੈ। -b/a ਕੀ ਹੁੰਦਾ ਹੈਗਾ, ਸਮ ਆਫ ਜ਼ੀਰੋਜ਼ ਹੁੰਦਾ ਹੈ, ਸਮ ਆਫ ਜ਼ੀਰੋਜ਼ ਜਾਨੀ ਸਿਫਰਾਂ ਦਾ ਜੋੜ, ਸਿਫਰਾਂ ਦਾ ਜੋੜ। ਜੇ ਸਾਨੂੰ ਕੁਐਸਚਨ ਪੁੱਛਿਆ ਹੁੰਦਾ -b/a ਕੀ ਹੁੰਦਾ ਹੈ, ਤਾਂ ਅਸੀਂ ਆਨਸਰ ਲਿਖਦੇ ਸਿਫਰਾਂ ਦਾ ਜੋੜ। ਤੇ c/a ਕੀ ਹੁੰਦਾ ਹੈ, ਪ੍ਰੋਡਕਟ ਆਫ ਜ਼ੀਰੋਜ਼, ਪ੍ਰੋਡਕਟ ਆਫ ਜ਼ੀਰੋਜ਼ ਜਾਂ ਰੂਟਸ, ਇੱਕੋ ਹੀ ਗੱਲ ਹੁੰਦੀ ਹੈ। ਤਾਂ ਤੁਸੀਂ ਦੇਖੋਗੇ
प्रोडक्ट ऑफ जीरो की बन गया सिफरां दी गुणा, सिफरां दी गुणा। तो दो एक कॉन्सैप्ट बेटा तुसीं याद रखने हैं। सोनू माइनस बी बटा ए भी पूछ सकते और सी बटा ए भी पूछ सकते। सानू हुण इत्थे की पुछिया सी, सी बटा ए। तो की हुंदा सिफरां दी गुणा। देखो इत्थे सिफरां दी भागफल है, ये भी नहीं हैगा, सिफरां दी घटाओ ये भी नहीं हैगा, सिफरां दा जोड़ ये भी नहीं हैगा। चौथा ऑप्शन साडा की हैगा राइट आंसर है। इत्थे देखो की दिता होया सिफरां दा गुणनफल यानी प्रोडक्ट ऑफ रूट्स या प्रोडक्ट ऑफ जीरोज। तो अगे चलते हैं नैक्सट क्वेश्चन ते। अगला प्रश्न देखो बेटा की है, दो घाती बहुपद की घात कितनी होंगी है। देखो दो घाती कहता तो दो ही घात होगी, वो क्वाड्रेटिक है। तो क्वाड्रेटिक पॉलीनोमीअल होंदा जिहड़ा ओहदी जिहड़ी डिग्री होंदी है कितनी होंदी है 2 होंदी है। जे तुहानूं बेटा रेखी बहुपद पुछया हुंदा जिन्हों असीं कहने हैं लीनियर, तो उस दी घात तुसीं याद रखनी है 1 होंदी है। जे तुहानूं दो घाती किया होया यानी तुहानूं किया होया क्वाड्रेटिक, तो उसकी जिहड़ी साडे कोले घात होंदी है कितनी होंदी है 2 होंदी है। तो ये गल नूं बेटा तुसीं याद रखना। ठीक है, अगला प्रश्न देखो, जेकर एक दो घाती बहुपद ਦੀਆਂ सिफरां यानी जीरो दित्तियां हुई हैं, एक तो हैगी 1 एक हैगी है 4, तो बहुपद की होगा ये असीं दसना हैगा। तो थोड़ा जिहा बेटा इहनूं सॉल्व करना पऊगा। की करांगे, देखो पहली सिफर कितनी है 1 है, दूसरी कितनी है 4 है। सब तो पहलां असीं सिफरां दा जिहड़ा जोड़ है, सिफरां दा जोड़ वो पता करांगे जिन्हों असीं कहने सम ऑफ जीरोज। ठीक है, कितना होगा 1 ते 4 नूं जे असीं जोड़ दईए कितना आ गया, वो 5 आ गया। ठीक है, जिन्हों असीं एस नाल भी डिनोट कर दिंदे हैं, सम है साडे कोल। ठीक है, उस तो बाद असीं पता करते हैं सिफरां दी गुणा, सिफरां दी गुणा जिन्हों असीं कहने हैं प्रोडक्ट। इनू असीं पी नाल डिनोट करते हैं। तो 1 ते 4 की जो असीं गुणा करांगे, हुण पहला जोड़ किया सी, हुण गुणा करनी, 4 एकम कितना बन गया 4। तो सानू पूछा है बहुपद, तो बहुपद पता करने का एक फार्मूला बेटा इनू याद रखना है कि हुंदा एक्स स्केयर माइनस सिफरां दा जिहड़ा जोड़ है एस एक्स प्लस पी। तो ये साडे कोले की हुंदा हैगा बहुपद हुंदा। इत्थे हुण असीं मुल भर दांगे एक्स स्केयर माइनस एस 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 की है सिफरां दा जोड़ कितना आया, देखो 5x प्लस पी, पी की है प्रोडक्ट, प्रोडक्ट कितनी आई सी गुणा कितनी आई सी 4। तो ये साडे कोले की बन गया बहुपद बन गया एक्स की घात 2 माइनस 5x प्लस 4। तो ये ऑप्शन तुसीं देखो सैकेंड ऑप्शन है जिहड़ा वो साडा राइट आंसर है। तो सिंपल जी गल है, एक बार सिफरां दा जोड़ पता करना है, फिर सिफरां दी गुणा पता करनी है। एक फार्मूला साडे कोले इहनूं तुसीं याद रखना है एक्स स्केयर माइनस एस एक्स प्लस पी। तो इत्थे वैल्यू पुट कर दो और ये की आ गया साडा आंसर आ गया। अगला प्रश्न 10वां क्वेश्चन साडे कोले है, दिते गए बहुपद विच बहुपद सानूं दिता होया है वो की है, मैं एक बार नीचे लिख रहा एफ एक्स की जिहड़ी वैल्यू है वो सानूं दिती हुई है एक्स माइनस 2 की पावर 2 प्लस 4। सानूं पुछा होया सिफरां की गिनती पता करो, सिफरां की दसनी है गिनती। देखो जिन्नी साडे कोले किसी बहुपद की घात हुंदी है डिग्री हुंदी है, ओनियां ही उस बहुपद दीयां की हुंदियां सिफरां हुंदियां। जिन्नी किसी बहुपद की घात होगी ओनियां ही की होणगियां उस बहुपद दीयां सिफरां होणगियां। हुण जे असीं इसदा वर्ग खोलांगे एक्स माइनस 2 की पावर 2 नूं खोलांगे तो साडे कोले बहुपद बन जू एक्स स्केयर माइनस 4x प्लस 4 आ हो जूगा। इहदा असीं वर्ग खोलता यानी एक्स माइनस 2 का वर्ग की होगा एक्स की 2 माइनस 2ab प्लस बी की 2। आ फार्मूले नाल असीं खोल लिया। जे ना भी खोलोगे देखो तो तुहानूं पता ही है बेटा इसकी घात कितनी बनूगी, एक्स की 2 बनूगी, वड्डी तो वड्डी घात कितनी बनूगी 2। तो जिन्नी घात होंदियां उन्नियां ही की होंदियां सिफरां होंदियां, क्योंकि ये दो घाती बहुपद है, एक दो घाती बहुपद है तो दो घात है इसदी। तो इस दियां कितनियां सिफरां होणगियां, सिफरां की गिनती, सिफरां की गिनती सानूं पुछी हुई है तो वो कितनी होगी 2 ਵੱਧ ਤੋਂ ਵੱਧ होगी, इस तो घट ना ज़्यादा ना घट। तो साडा जिहड़ा आंसर है 10वें क्वेश्चन का देखो वो की है सैकेंड ऑप्शन बी। अगला प्रश्न देखो, दो सानू समीकरण दित्तियां हुई हैं। पहली है के एक्स माइनस वाई बराबर 2, दूसरी है 6x माइनस 2y बराबर 3 दा एक विलखण हल है, यूनीक सोल्यूशन सानू दिता होया उहदा। ये दो समीकरण जिहड़ियां इक्वेशन ने
ਇਹਨਾਂ ਦਾ ਸੋਲੂਸ਼ਨ ਕਿਸ ਤਰ੍ਹਾਂ ਦਾ ਯੂਨੀਕ ਸੋਲੂਸ਼ਨ ਹੈ, ਇੱਕ ਵਿਲੱਖਣ ਹੱਲ ਹੈ, ਤਾਂ ਕੇ ਦਾ ਮੁੱਲ ਕੀ ਹੋਊਗਾ ਇਹ ਸਾਨੂੰ ਪੁੱਛਿਆ ਹੋਇਆ। ਤਾਂ ਬਹੁਤ ਹੀ ਆਸਾਨ ਕੁਐਸਚਨ ਹੈ ਇਹ। ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ, ਦੋਨੋਂ ਜਿਹੜੀਆਂ ਸਮੀਕਰਨ ਹੈ ਉਹਨਾਂ ਨੂੰ ਲਿਖ ਲੈਂਦੇ ਹਾਂ kx ਮਾਈਨਸ ਵਾਈ ਬਰਾਬਰ 2। ਦੂਸਰਾ ਜਿਹੜੀ ਸਾਡੇ ਕੋਲ ਸਮੀਕਰਨ ਸੀ ਉਹ ਹੈ 6x ਮਾਈਨਸ 2y ਬਰਾਬਰ 3। ਜਦੋਂ ਸਾਡੇ ਕੋਲ ਯੂਨੀਕ ਸੋਲੂਸ਼ਨ ਹੁੰਦਾ ਹੈ, ਇੱਕ ਵਿਲੱਖਣ ਹੱਲ ਹੁੰਦਾ, ਯਾਨੀ ਵਿਲੱਖਣ ਹੱਲ, ਤਾਂ ਇਹਦੇ ਲਈ ਕੀ ਹੁੰਦਾ ਬੇਟਾ, ਜਿਹੜੇ ਪਹਿਲੇ ਦੋ ਅਨੁਪਾਤ ਹੁੰਦੇ ਆ a1 ਬਟਾ a2 ਉਹ b1 ਬਟਾ b2 ਦੇ ਬਰਾਬਰ ਨਹੀਂ ਹੁੰਦਾ। ਇਹ ਸਾਡੇ ਕੋਲੇ ਰੂਲ ਹੈ। ਤਾਂ ਦੇਖੋ x ਦੇ ਜਿਹੜੇ ਗੁਣਾਂਕ ਸੀ ਉਹ a1 ਬਟਾ a2 ਹੁੰਦੇ, ਯਾਨੀ k ਬਟਾ 6 ਉਹ ਬਰਾਬਰ ਨਹੀਂ ਹੋਣਾ ਚਾਹੀਦਾ ਕਿਸ ਦੇ, ਜਿਹੜੇ ਸਾਡੇ ਕੋਲੇ y ਦੇ ਗੁਣਾਂਕ ਇੱਥੇ ਉੱਪਰ ਹੈਗਾ -1 ਔਰ ਹੇਠਾਂ ਹੈਗਾ -2 ਔਰ ਮਾਈਨਸ ਨਾਲ ਮਾਈਨਸ ਕੀ ਹੋ ਗਿਆ, ਕੱਟਿਆ ਗਿਆ। ਤਾਂ k ਕਿਸ ਦੇ ਬਰਾਬਰ ਨਹੀਂ ਹੋਣਾ ਚਾਹੀਦਾ, ਆ 6 ਦੀ ਉਧਰ ਗੁਣਾ ਹੋ ਜੂਗੀ। 6 ਦੀ ਜਦੋਂ ਅਸੀਂ ਉਧਰ ਗੁਣਾ ਕਰਦੇ ਹਾਂ 1/2 ਨਾਲ ਕ੍ਰਾਸ ਮਲਟੀਪਲਾਈ ਕਰ ਦਿਓ, ਜਾਂ 2 ਦੀ ਇੱਧਰ ਗੁਣਾ ਕਰ ਦਿਓ, 6 ਦੀ ਉਧਰ ਗੁਣਾ ਕਰ ਦਿਓ, ਹੈ ਨਾ। ਤਾਂ ਜਾਂ ਸਿੱਧਾ ਡਾਇਰੈਕਟ ਵੀ ਤੁਸੀਂ ਕਰ ਸਕਦੇ ਹੋ, 1/2 ਸੀ ਇੱਧਰਲੀ ਸਾਈਡ, 6 ਦੀ ਉਧਰ ਗੁਣਾ ਹੋ ਗਈ ਜਾ ਕੇ, ਤਾਂ ਕੱਟਿਆ ਗਿਆ 2 3 6। ਤਾਂ k ਦੀ ਵੈਲਿਊ ਕਿਸ ਦੇ ਬਰਾਬਰ ਨਹੀਂ ਹੋਣੀ ਚਾਹੀਦੀ, 3 ਦੇ ਬਰਾਬਰ ਨਹੀਂ ਹੋਣੀ ਚਾਹੀਦੀ। ਤਾਂ ਯੂਨੀਕ ਸੋਲੂਸ਼ਨ ਕਦੋਂ ਹੋਊਗਾ, ਜਦੋਂ k ਬਰਾਬਰ ਨਹੀਂ ਹੈਗਾ 3 ਦੇ। ਤਾਂ ਸਾਡਾ ਜਿਹੜਾ ਆਨਸਰ ਹੈ, ਹੁਣ ਦੇਖੋ ਆਪਸ਼ਨ ਦੇ ਵਿੱਚ ਦੇਖਦੇ ਹਾਂ, ਤਾਂ ਸੈਕਿੰਡ ਆਪਸ਼ਨ ਸਾਡਾ ਕੀ ਹੈਗਾ, ਰਾਈਟ ਆਨਸਰ ਹੈ। k ਨੋਟ ਇਕੁਅਲ ਟੂ 3 ਸਾਡੇ ਕੋਲੇ ਇੱਥੇ ਦਿੱਤਾ ਹੋਏਗਾ ਥਰਡ ਆਪਸ਼ਨ ਦੇ ਵਿੱਚ, ਤੇ ਇਹੀ ਸਾਡਾ ਕੀ ਹੈਗਾ, ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਦੇਖੋ, ਇਹ ਸਾਡੇ ਕੋਲੇ ਸੀਗਾ 11th ਕੁਐਸਚਨ ਸੀ। ਉਸ ਤੋਂ ਬਾਅਦ 12th ਕੁਐਸਚਨ ਦੇਖੋ ਕੀ ਹੈ ਸਾਡੇ ਕੋਲ 12ਵਾਂ। ਆਸ਼ਾ ਕੋਲ ਸਿਰਫ 1 ਰੁਪਏ ਅਤੇ 2 ਰੁਪਏ ਦੇ ਸਿੱਕੇ ਹਨ। ਉਹਦੇ ਕੋਲ ਦੋ ਤਰ੍ਹਾਂ ਦੇ ਕੋਇਨ ਹੈ, 1 ਰੁਪਏ ਕੋਇਨ ਔਰ 2 ਰੁਪਏ ਕੋਇਨ। ਉਸ ਕੋਲ ਕੁੱਲ ਸਿੱਕਿਆਂ ਦੀ ਗਿਣਤੀ ਕਿੰਨੀ ਹੈ, 50 ਹੈ, 50 ਸਿੱਕੇ ਹੈ ਸਾਰੇ ਉਹਦੇ ਕੋਲੇ, ਅਤੇ ਉਹਨਾਂ ਦੀ ਬਣਦੀ ਕੁੱਲ ਰਾਸ਼ੀ ਜਿਹੜੇ ਪੈਸੇ ਹੈ ਸਾਰੇ ਕਿੰਨੇ ਆ, 75 ਰੁਪਏ ਆ ਉਹਦੇ ਕੋਲੇ। 1 ਰੁਪਏ ਤੇ 2 ਰੁਪਏ ਦੇ ਸਿੱਕਿਆਂ ਦੀ ਕੁੱਲ ਗਿਣਤੀ ਕਰਮਵਾਰ ਕਿੰਨੀ ਹੈ। ਦੇਖੋ ਸਾਨੂੰ ਦਿੱਤਾ ਹੋਇਆ ਪਹਿਲੀ ਜਿਹੜੀ ਗਿਣਤੀ ਹੈ ਉਹ 1 ਰੁਪਏ ਦੇ ਸਿੱਕਿਆਂ ਦੀ ਹੈ ਆਨਸਰ ਦੇ ਵਿੱਚ, ਦੂਸਰੀ 2 ਰੁਪਏ ਦੀ। ਟੋਟਲ ਸਿੱਕੇ ਕਿੰਨੇ ਸੀ ਸਾਡੇ ਕੋਲ ਦਿੱਤੇ ਹੋਏ, ਦੇਖੋ 50। ਪਹਿਲਾ ਜਿਹੜਾ ਕੁਐਸਚਨ ਹੈ, ਪਹਿਲਾ ਆਨਸਰ ਹੈ 35 ਤੇ ਜੇ ਅਸੀਂ 15 ਨੂੰ ਜੋੜਦੇ ਹਾਂ 50 ਬਣਦਾ, 50 ਬਣਦਾ, ਠੀਕ ਹੈ। ਦੂਸਰੇ ਦੇ ਵਿੱਚ ਵੀ 15 ਤੇ 35 ਨੂੰ ਜੋੜਦੇ ਹਾਂ 50 ਬਣ ਰਿਹਾ, ਠੀਕ ਹੈ। ਤੀਸਰਾ ਜਿਹੜਾ ਆਨਸਰ ਹੈ, ਜੇ ਤੁਸੀਂ ਧਿਆਨ ਨਾਲ ਦੇਖੋ 35 ਤੇ 20 ਨੂੰ ਜੋੜਾਂਗੇ ਤਾਂ ਕਿੰਨਾ ਬਣਦਾ ਹੈ, 55। ਉਹਨਾਂ ਨੇ ਕਿਹਾ ਸੀ ਕੁੱਲ ਸਿੱਕਿਆਂ ਦੀ ਗਿਣਤੀ 50 ਹੈ, ਤਾਂ ਤੀਸਰਾ ਆਪਸ਼ਨ ਸਾਡਾ ਆਨਸਰ ਹੋ ਹੀ ਨਹੀਂ ਸਕਦਾ, ਕਿਉਂਕਿ ਸਿੱਕੇ 50 ਤੋਂ ਵੱਧ ਰਹੇ ਨੇ, 55 ਹੋ ਰਹੇ ਨੇ। ਬਾਕੀ ਸਾਰੇ ਆਨਸਰ ਜਿਹੜੇ ਹੈਗੇ ਉਹਨਾਂ ਦੇ ਵਿੱਚ ਸਿੱਕਿਆਂ ਦੀ ਕੁੱਲ ਗਿਣਤੀ 50 ਹੈ। ਪਹਿਲੀ ਸ਼ਰਤ ਯਾਨੀ ਪੂਰੀ ਹੋ ਗਈ ਸਾਡੇ ਕੁਐਸਚਨ ਦੀ। ਦੂਸਰੀ ਸ਼ਰਤ ਕੀ ਹੈ ਵੀ ਉਹਦੇ ਕੋਲੇ 75 ਰੁਪਏ ਹੈ। ਹੁਣ ਪਹਿਲਾ ਉੱਤਰ ਸੀਗਾ ਜਿਹੜਾ ਦੇਖੋ 35 ਰੁਪਏ, 35 ਔਰ 15, ਇਹਨੂੰ ਚੈੱਕ ਕਰਦੇ ਹਾਂ। ਪਹਿਲਾ ਆਨਸਰ 35 ਔਰ 15, 35 ਸਿੱਕੇ 1 ਰੁਪਏ ਦੇ ਹੈ ਔਰ 15 ਸਿੱਕੇ 2 ਰੁਪਏ ਦੇ ਹੈ। ਸਾਰੇ ਪੈਸੇ ਕਿੰਨੇ ਹੋਏ, 35 × 35, 15 ਦੂਣਾ 30, ਤੇ 35 ਤੇ 30 ਨੂੰ ਜੋੜਿਆ, ਇਹ ਸਾਡੇ ਕੋਲੇ 65 ਰੁਪਏ ਬਣ ਗਏ, ਤੇ ਸਾਡੇ ਕੋਲੇ ਰੁਪਏ ਸੀਗੇ 75। ਇਸ ਕਰਕੇ ਪਹਿਲਾ ਆਨਸਰ ਸਾਡਾ ਨਹੀਂ ਹੈਗਾ। ਦੂਸਰਾ ਆਨਸਰ ਚੈੱਕ ਕਰਦੇ ਹਾਂ ਹੁਣ। 15 ਸਿੱਕੇ 1 ਰੁਪਏ ਦੇ ਹੈ ਔਰ 35 ਸਿੱਕੇ 2 ਰੁਪਏ ਦੇ। 15 ਤੇ 1 ਦੀ ਗੁਣਾ ਕੀਤੀ, 15 × 15 ਔਰ 15 ਦੂਣਾ ਇੱਥੇ 35 ਦੂਣਾ ਕਿੰਨਾ ਹੋ ਗਿਆ, 70, ਔਰ 70 ਤੇ 15 ਨੂੰ ਜੇ ਅਸੀਂ ਜੋੜਦੇ ਹਾਂ ਇਹ ਹੋ ਗਏ ਸਾਡੇ ਕੋਲੇ ਸਾਰੇ 85 ਰੁਪਏ। ਸਾਡੇ ਕੋਲੇ ਕਿੰਨੇ ਰੁਪਏ ਦਿੱਤੇ ਹੋਏ ਕੁਐਸਚਨ ਦੇ ਵਿੱਚ, 75 ਰੁਪਏ ਦੀ ਰਾਸ਼ੀ ਬਣਨੀ ਚਾਹੀਦੀ ਹੈ। ਇਸ ਕਰਕੇ ਇਹ ਆਨਸਰ ਵੀ ਸਾਡਾ ਨਹੀਂ ਹੈਗਾ, ਔਰ ਬਚ ਗਿਆ ਲਾਸਟ ਆਪਸ਼ਨ, ਇਹੀ ਸਾਡਾ ਰਾਈਟ ਆਨਸਰ ਹੈ। ਚੈੱਕ ਕਰਨਾ ਕਰ ਸਕਦੇ, ਦੇਖੋ 25 ਸਿੱਕੇ 1 ਰੁਪਏ ਦੇ ਹੈ ਔਰ 25 ਸਿੱਕੇ ਹੀ 2 ਰੁਪਏ ਦੇ। 25 × 25 ਔਰ 25 ਗੁਣਾ 2 ਕਿੰਨਾ ਹੋ ਗਿਆ, 25 ਦੂਣਾ 50, ਔਰ 50 ਰੁਪਏ ਨੂੰ ਔਰ 25 ਰੁਪਏ ਨੂੰ ਜੇ ਅਸੀਂ ਜੋੜਾਂਗੇ ਦੋਨਾਂ ਨੂੰ ਤਾਂ ਕਿੰਨਾ ਹੋ ਗਿਆ, 75 ਰੁਪਏ। ਬਿਲਕੁਲ ਸਹੀ ਹੈ, ਇਹੀ ਸਾਡਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਦੇਖੋ, ਜਦੋਂ ਦੋ ਸਮੀਕਰਨਾਂ ਦੇ ਆਲੇਖ ਆਪਸ ਵਿੱਚ ਕੱਟਣਗੇ, ਇੱਕ ਪੁਆਇੰਟ ਤੇ ਜਦੋਂ ਕੱਟਦੇ ਹੈ, ਦੋ ਸਮੀਕਰਨਾਂ ਦੇ ਆਲੇਖ ਇੱਕ ਪੁਆਇੰਟ ਤੇ ਕੱਟਦੇ ਹੈ, ਉਦੋਂ ਇੱਕ ਵਿਲੱਖਣ ਹੱਲ ਹੁੰਦਾ ਹੈ। ਜਦੋਂ ਵਿਲੱਖਣ ਹੱਲ ਹੁੰਦਾ ਹੈ ਉਦੋਂ ਸਮੀਕਰਨਾਂ ਦਾ ਜਿਹੜਾ ਜੋੜਾ ਹੈ ਉਹ ਕੀ ਹੁੰਦਾ ਹੈਗਾ, ਸੰਗਤ ਹੁੰਦਾ। ਇਹ ਅਸੀਂ ਪੜ੍ਹਿਆ ਹੋਇਆ ਹੈ। ਜਦੋਂ ਸਾਡੇ ਕੋਲੇ ਅਨੇਕਾਂ ਹੱਲ ਹੁੰਦੇ ਉਦੋਂ ਵੀ ਸੰਗਤ ਹੁੰਦਾ ਹੈਗਾ।
ਜਦੋਂ ਕੋਈ ਹੱਲ ਨਹੀਂ ਹੁੰਦਾ ਉਦੋਂ ਸਮੀਕਰਨ ਦਾ ਜੋੜਾ ਅਸੰਗਤ ਹੁੰਦਾ, ਯਾਨੀ ਇਨਕਨਸਿਸਟੈਂਟ ਹੁੰਦਾ ਹੈ। ਹੁਣ ਇੱਥੇ ਕੀ ਸੀਗਾ, ਇੱਕ ਪੁਆਇੰਟ ਦੇ ਉੱਪਰ ਕੱਟ ਰਹੇ ਹੈ, ਉਦੋਂ ਯੂਨੀਕ ਸੋਲੂਸ਼ਨ ਹੁੰਦਾ ਹੈ ਔਰ ਸਮੀਕਰਨਾਂ ਦਾ ਜਿਹੜਾ ਜੋੜਾ ਹੁੰਦਾ ਉਹ ਸੰਗਤ ਹੁੰਦਾ, ਕੰਸਿਸਟੈਂਟ ਹੁੰਦਾ ਹੈਗਾ। ਇਸ ਕਰਕੇ ਬੀ ਆਪਸ਼ਨ ਸਾਡਾ ਕੀ ਹੈਗਾ, ਰਾਈਟ ਆਨਸਰ ਹੈਗਾ। ਅਗਲਾ ਪ੍ਰਸ਼ਨ ਦੇਖੋ, 14ਵਾਂ ਕੁਐਸਚਨ ਸਾਡੇ ਕੋਲੇ ਦੇਖੋ ਕੀ ਹੈਗਾ, ਦੋ ਸਮੀਕਰਨਾਂ ਸਾਨੂੰ ਦਿੱਤੀਆਂ ਹੋਈਆਂ, ਉਹਦਾ ਹੱਲ ਅਸੀਂ ਦੱਸਣਾ ਹੈ ਵੀ ਕੀ ਹੋਊਗਾ। x + y ਕਿਸ ਦੇ ਬਰਾਬਰ ਹੈਗਾ, 7 ਦੇ। ਇੱਧਰ ਲਿਖ ਲੈਂਦੇ ਹਾਂ ਆਪਾਂ, ਇਹਨੂੰ ਸਕਰੋਲ ਕਰ ਲਈਏ ਇੱਕ ਮਿੰਟ। x ਪਲੱਸ ਜਿਹੜੀ y ਦੀ ਵੈਲਿਊ ਹੈ ਉਹ ਸਾਡੇ ਕੋਲੇ ਦਿੱਤੀ ਹੋਈ ਹੈ 7, ਔਰ 2x ਮਾਈਨਸ 3y ਦੀ ਜਿਹੜੀ ਵੈਲਿਊ ਉਹ ਕਿੰਨੀ ਹੈ, 9 ਹੈ। ਇਹ ਸਾਡੇ ਕੋਲੇ ਦੋ ਸਮੀਕਰਨਾਂ ਸੀ, ਪਹਿਲੀ ਔਰ ਇਹ ਸਮੀਕਰਨ ਸੀ ਸਾਡੇ ਕੋਲ ਦੂਸਰੀ। ਇਹਨਾਂ ਨੂੰ ਅਸੀਂ ਹੱਲ ਕਰਨਾ ਹੈਗਾ। ਪਹਿਲੀ ਸਮੀਕਰਨ ਸੀ, ਅਸੀਂ ਉਹਨੂੰ 3 ਨਾਲ ਗੁਣਾ ਕਰ ਦਈਏ ਤਾਂ ਦੇਖੋ ਕੀ ਬਣਦੀ ਹੈ, ਉਹ 3x + 3y 7 21। ਪਹਿਲੀ ਸਮੀਕਰਨ ਨੂੰ ਮੈਂ 3 ਨਾਲ ਕੀ ਕਰਤਾ, ਗੁਣਾ ਕਰਤਾ। ਤੀਸਰੀ ਸਮੀਕਰਨ ਬਣ ਗਈ ਸਾਡੇ ਕੋਲ। ਹੁਣ ਪਹਿਲੀ ਤੇ ਦੂਸਰੀ ਨੂੰ ਜੇ ਅਸੀਂ ਜੋੜਾਂਗੇ, ਦੇਖੋ ਮਾਈਨਸ ਦਾ 3y ਪਲੱਸ ਦਾ 3y ਕੱਟ ਗਏ, ਇਹਨਾਂ ਨੂੰ ਜੋੜਤਾ, 3 ਤੇ 2 ਨੂੰ ਜੋੜਿਆ ਕਿੰਨਾ ਬਣ ਗਿਆ, 5x। ਉਧਰ 21 ਤੇ 9 ਨੂੰ ਜੋੜਾਂਗੇ ਕਿੰਨਾ ਬਣ ਜਾਊਗਾ, 30, ਔਰ x ਦੀ ਵੈਲਿਊ ਆ ਗਈ 30/5। ਜਦੋਂ ਇਹਨੂੰ ਕੱਟਾਂਗੇ 5 × 5 5 × 30, ਤਾਂ x ਦੀ ਵੈਲਿਊ ਕਿੰਨੀ ਆ ਗਈ ਸਾਡੇ ਕੋਲ, 6। x ਦੀ ਵੈਲਿਊ ਪਹਿਲੀ ਸਮੀਕਰਨ 'ਚ ਜੇ ਅਸੀਂ ਭਰ ਦਈਏ, ਦੇਖੋ x + y ਕਿਸ ਦੇ ਬਰਾਬਰ ਸੀਗਾ, 7 ਦੇ, ਤੇ x ਦੀ ਵੈਲਿਊ ਇੱਥੇ 6 ਭਰਤੀ, 6 + y = 7, ਔਰ ਜਿਹੜਾ 6 ਹੈ ਉਧਰ ਜਾ ਕੇ ਹੋ ਗਿਆ ਮਾਈਨਸ ਦਾ, 7 ਚੋਂ 6 ਘਟਾਇਆ ਕਿੰਨਾ ਆ ਗਿਆ, 1। ਤਾਂ ਸਾਡਾ ਆਨਸਰ ਕੀ ਆਇਆ, x ਦੀ ਵੈਲਿਊ 6 ਔਰ y ਦੀ ਵੈਲਿਊ 1। ਤਾਂ ਦੇਖੋ ਆਪਸ਼ਨ ਦੇ ਵਿੱਚ ਅਸੀਂ ਬੇਟਾ ਜਦੋਂ ਦੇਖਦੇ ਹਾਂ ਤਾਂ ਸਾਡੇ ਕੋਲੇ ਤੀਸਰਾ ਜਿਹੜਾ ਆਪਸ਼ਨ ਹੈ, x ਦੀ ਵੈਲਿਊ 6 ਔਰ y ਦੀ ਵੈਲਿਊ 1, ਤਾਂ ਇਹ ਸਾਡਾ ਕੀ ਹੈਗਾ, ਰਾਈਟ ਆਨਸਰ ਹੈ। ਇਹਨੂੰ ਬੇਟਾ ਤੁਸੀਂ ਸਕਰੀਨਸ਼ਾਟ ਲੈ ਲਓ ਜਾਂ ਵੀਡੀਓ ਨੂੰ ਰੋਕ ਕੇ ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ ਨੋਟਬੁੱਕ ਦੇ ਉੱਪਰ। ਤਾਂ ਅਗਲਾ ਪ੍ਰਸ਼ਨ ਹੈ ਸਾਡੇ ਕੋਲੇ, ਦੋ ਸਮੀਕਰਨਾਂ ਸਾਨੂੰ ਦਿੱਤੀਆਂ ਹੋਈਆਂ 15ਵੇਂ ਕੁਐਸਚਨ 'ਚ। ਦੇਖੋ ਦੋ ਇਕੁਏਸ਼ਨਸ ਦਿੱਤੀਆਂ ਹੋਈਆਂ, 3x - 3y = 4 ਹੈ ਔਰ 2x + y = 5 ਹੈ। ਦੇ ਹੱਲ ਹੋਣਗੇ, ਦੱਸਣਾ ਕਿਸ ਤਰ੍ਹਾਂ ਦਾ ਹੱਲ ਹੋਊਗਾ। ਇਹਦਾ ਕੋਈ ਹੱਲ ਨਹੀਂ ਹੋਵੇਗਾ, ਅਨੰਤ ਹੱਲ ਹੋਣਗੇ ਜਾਂ ਇੱਕ ਹੱਲ ਹੋਵੇਗਾ। ਯਾਨੀ ਪੁੱਛਿਆ ਹੋਇਆ ਨੋ ਸੋਲੂਸ਼ਨ, ਇਨਫਾਈਨਾਈਟਲੀ ਮੈਨੀ ਸੋਲੂਸ਼ਨ, ਜਾਂ ਇੱਕ ਹੱਲ ਮਤਲਬ ਯੂਨੀਕ ਸੋਲੂਸ਼ਨ। ਤਾਂ ਇਹਨੂੰ ਅਸੀਂ ਚੈੱਕ ਕਰ ਲੈਂਦੇ ਹਾਂ। ਇਕੁਏਸ਼ਨ 'ਚ ਕੀ ਸੀ ਉਹਨੂੰ ਮੈਂ ਦੁਬਾਰਾ ਲਿਖ ਰਿਹਾ ਇੱਕ ਵਾਰ। ਪਹਿਲੀ ਸਾਡੇ ਕੋਲ ਸਮੀਕਰਨ ਹੈਗੀ ਹੈ 3x - 3y = 4। ਦੂਸਰੀ ਸਾਡੇ ਕੋਲ ਜਿਹੜੀ ਸਮੀਕਰਨ ਹੈ ਉਹ ਕੀ ਹੈ, ਸਾਡੇ ਕੋਲ 2x + y = 5। ਜਿਹੜਾ ਇਕੱਲਾ y ਹੈ ਉਹਨੂੰ ਤੁਸੀਂ ਬੇਟਾ 1y ਲਿਖ ਸਕਦੇ ਹੋ, 1y, ਠੀਕ ਹੈ, = 5। ਹੁਣ ਦੇਖੋ ਪਹਿਲਾ ਜਿਹੜਾ ਸਾਡੇ ਕੋਲ ਸੀ a1/a2, ਔਰ ਫਿਰ ਅਸੀਂ ਕੱਢਦੇ ਹੁੰਦੇ ਹਾਂ b1/b2, ਔਰ ਫਿਰ ਅਸੀਂ ਕੱਢਦੇ ਹੁੰਦੇ ਹਾਂ c1/c2। ਇਹ ਤਿੰਨੋਂ ਅਨੁਪਾਤ ਤੁਸੀਂ ਦੇਖੋਗੇ ਕੀ ਆਉਂਦੇ। a1/a2 ਕੀ ਹੈ, 3/2, b1/b2 ਕੀ ਹੈ, -3/1, c1/c2 ਕੀ ਹੈ, 4/5। ਜੇ ਕੱਟੇ ਜਾਂਦੇ ਕੱਟ ਲੈਣੇ ਆ। ਹੁਣ ਪਹਿਲੇ ਦੋ ਬਰਾਬਰ ਹੈ ਨਹੀਂ ਹੈਗੇ। ਜਦੋਂ ਪਹਿਲੇ ਦੋ ਹੀ ਬਰਾਬਰ ਨਹੀਂ ਹੁੰਦੇ, a1/a2 ਬਰਾਬਰ ਨਹੀਂ ਹੈਗਾ b1/b2 ਦੇ, ਉਦੋਂ ਸਾਨੂੰ ਪਤਾ ਹੈ ਬੇਟਾ ਇਹਦਾ ਕਿਹੜਾ ਹੱਲ ਹੁੰਦਾ ਹੈ, ਇਹਦਾ ਹੁੰਦਾ ਯੂਨੀਕ ਸੋਲੂਸ਼ਨ, ਯਾਨੀ ਵਿਲੱਖਣ ਹੱਲ। ਇੱਕ ਵਿਲੱਖਣ ਹੱਲ, ਤਾਂ ਇਹ ਸਾਡਾ ਆਨਸਰ ਹੋਊਗਾ। ਦੇਖੋ ਤੀਸਰਾ ਆਪਸ਼ਨ ਦੇਖੋ ਕੀ ਹੈ, ਇੱਕ ਹੱਲ ਹੋਵੇਗਾ। ਯੂਨੀਕ ਸੋਲੂਸ਼ਨ ਇਸ ਨੂੰ ਕਿਹਾ ਜਾਂਦਾ ਹੈ, ਇੱਕ ਹੱਲ ਹੋਵੇਗਾ। ਜੇ ਪਹਿਲੇ ਦੋ ਬਰਾਬਰ ਹੋ ਜਾਣ ਫਿਰ ਅਸੀਂ ਤੀਸਰੇ ਨੂੰ ਚੈੱਕ ਕਰਦੇ ਹਾਂ। ਪਹਿਲੇ ਦੋ ਹੀ ਬਰਾਬਰ ਨਹੀਂ ਸੀਗੇ, ਪਹਿਲੇ ਦੋ ਅਨੁਪਾਤ ਹੈ ਜਿਹੜੇ ਉਹ ਬਰਾਬਰ ਨਹੀਂ ਸੀਗੇ, ਇਸ ਕਰਕੇ ਇੱਥੇ ਸਾਡਾ ਮਸਲਾ ਹੱਲ ਹੋ ਗਿਆ, ਠੀਕ ਹੈ। ਹੁਣ ਚੱਲਦੇ ਹਾਂ ਆਪਾਂ ਅਗਲੇ ਪ੍ਰਸ਼ਨ ਤੇ। x ਧੁਰੇ ਤੇ ਕਿਸੇ ਬਿੰਦੂ ਦਾ ਕੋਟੀ ਕੀ ਹੁੰਦਾ ਹੈ, ਆਰਡੀਨੇਟ, ਜਿਹਨੂੰ ਅਸੀਂ ਕਹਿੰਦੇ ਹਾਂ ਅਬਸੀਸਾ, ਆਰਡੀਨੇਟ। ਕੋਟੀ ਕੀ ਹੁੰਦਾ, ਆਰਡੀਨੇਟ, ਯਾਨੀ y ਦੀ ਵੈਲਿਊ, ਠੀਕ ਹੈ। ਇੱਕ ਪੁਆਇੰਟ ਹੈ xy, ਉਹਦੇ ਵਿੱਚ ਜਿਹੜਾ ਪਹਿਲਾ ਮੁੱਲ ਹੁੰਦਾ x ਉਹਨੂੰ ਅਬਸੀਸਾ ਯਾਨੀ ਅਸੀਂ ਭੁਜ ਕਹਿੰਦੇ ਹਾਂ, ਜਿਹੜਾ ਦੂਸਰਾ ਮੁੱਲ ਹੈ y ਉਹਨੂੰ ਕੀ ਕਹਿੰਦੇ, ਕੋਟੀ ਕਹਿੰਦੇ। ਇਹ ਸਾਡੇ ਕੋਲੇ ਕੋਟੀ ਹੈ, ਠੀਕ ਹੈ, ਆਰਡੀਨੇਟ ਹੈ। ਤਾਂ x ਧੁਰੇ ਦੇ ਉੱਪਰ x ਐਕਸਿਸ ਦੇ ਉੱਪਰ ਜਿਹੜਾ ਕੋਈ ਬਿੰਦੂ ਹੁੰਦਾ ਹੈ ਉਹ ਇਸ ਤਰ੍ਹਾਂ ਦਾ ਹੁੰਦਾ x0, ਤਾਂ ਉੱਥੇ y ਦਾ ਮੁੱਲ ਕੀ ਹੋਊਗਾ, 0 ਹੋਊਗਾ। ਤਾਂ ਇਹ ਸਾਡਾ ਆਨਸਰ ਹੈ। ਬਸ ਇਹ ਯਾਦ ਰੱਖ ਲਓ, x ਧੁਰੇ ਤੇ ਕੋਈ ਬਿੰਦੂ ਹੈ ਉਹਦੇ ਵਿੱਚ y ਦਾ ਮੁੱਲ 0 ਹੁੰਦਾ ਹੈ, ਕੋਟੀ 0 ਹੁੰਦਾ ਹੈ,
और y ਧੁਰੇ ਤੇ ਕੋਈ ਬਿੰਦੂ ਹੈ ਉਹਦੇ ਵਿੱਚ x 0 ਹੁੰਦਾ, ਯਾਨੀ ਭੁਜ 0 ਹੁੰਦਾ ਹੈ, ਅਬਸੀਸਾ 0 ਹੁੰਦਾ ਹੈ। ਇੱਕ ਦੂਸਰੇ ਦੇ ਆਪੋਜਿਟ ਹੁੰਦੇ ਆ, x ਐਕਸਿਸ ਤੇ y 0 ਔਰ y ਐਕਸਿਸ ਦੇ ਉੱਪਰ x ਦੀ ਵੈਲਿਊ 0। ਇਹਨੂੰ ਬੇਟਾ ਤੁਸੀਂ ਰੱਟਾ ਮਾਰ ਲਓ ਚਾਹੇ ਯਾਦ ਕਰ ਲਓ, ਠੀਕ ਹੈ। ਅਗਲਾ ਪ੍ਰਸ਼ਨ ਹੈ 17th ਕੁਐਸਚਨ, ਦੇਖੋ ਕੀ ਹੈ। ਨਿਰਦੇਸ਼ਾਂਕ ਦਿੱਤੇ ਹੋਏ ਹੈ A ਤੇ C ਬਿੰਦੂ ਦੇ ਸਾਡੇ ਕੋਲ -3 ਔਰ -2, C ਪੁਆਇੰਟ ਹੈ ਸਾਡੇ ਕੋਲ 7 ਤੇ 4 ਨੂੰ ਮਿਲਾਉਣ ਵਾਲੇ ਰੇਖਾਖੰਡ ਦੇ ਮੱਧ ਬਿੰਦੂ B ਦੇ ਨਿਰਦੇਸ਼ਾਂਕ ਯਾਨੀ ਮਿਡ ਪੁਆਇੰਟ ਕੱਢਣਾ ਅਸੀਂ। ਤਾਂ ਮਿਡ ਪੁਆਇੰਟ ਕੱਢਣਾ ਬਿਲਕੁਲ ਹੀ ਆਸਾਨ ਹੈ ਬੇਟਾ, ਇਹਨੂੰ ਅਸੀਂ ਆਪਾਂ ਹੁਣੀ ਸੋਲਵ ਕਰ ਲੈਂਦੇ ਹਾਂ। ਤਾਂ ਮਿਡ ਪੁਆਇੰਟ ਜਿਹਨੂੰ ਅਸੀਂ ਮੱਧ ਬਿੰਦੂ ਕਹਿੰਦੇ ਹਾਂ, ਉਹ ਅਸੀਂ ਕਿਵੇਂ ਫਾਈਂਡ ਆਊਟ ਕਰਦੇ ਹਾਂ। ਪਹਿਲਾਂ ਜਿਹੜੇ ਸਾਡੇ ਕੋਲ x ਦੀ ਵੈਲਿਊ ਹੈ, ਦੇਖੋ 3 ਤੇ 7 ਦੋਨਾਂ ਪੁਆਇੰਟਾਂ ਦੇ ਵਿੱਚ ਜਿਹੜਾ x ਦੀ ਵੈਲਿਊ ਹੈ ਉਹਨਾਂ ਨੂੰ ਜੋੜ ਲੈਣਾ ਔਰ 2 ਤੇ ਕਰ ਦੇਣਾ ਭਾਗ। ਇਸੇ ਤਰ੍ਹਾਂ ਤੁਸੀਂ ਕੀ ਕਰਨਾ, ਦੋਨੋਂ y ਵਾਲੀ ਵੈਲਿਊ ਸੀ ਜਿਹੜੀਆਂ ਕੋਮਾ -2 ਔਰ +4 ਦੋਨਾਂ ਪੁਆਇੰਟਾਂ ਦੇ ਵਿੱਚ ਦੋਨਾਂ ਨੂੰ ਜੋੜ ਲੈਣਾ ਔਰ 2 ਤੇ ਕੀ ਕਰ ਦੇਣਾ ਭਾਗ ਕਰ ਦੇਣਾ। ਇਹ ਪੁਆਇੰਟ ਤੁਹਾਡੇ ਕੋਲੇ ਆ ਗਿਆ। ਬਸ ਇਹਨੂੰ ਹੱਲ ਕਰਨਾ, ਦੋਨੋਂ x ਵਾਲੀ ਵੈਲਿਊ ਯਾਨੀ x1 + x2 ਉਹਨਾਂ ਨੂੰ ਜੋੜ ਲੈਣਾ, 2 ਤੇ ਭਾਗ ਕਰਨਾ। ਫਿਰ ਦੋਨੋਂ y ਵਾਲੀ ਵੈਲਿਊ ਹੈ ਉਹਨਾਂ ਨੂੰ ਜੋੜ ਲੈਣਾ ਔਰ 2 ਤੇ ਭਾਗ ਕਰ ਦੇਣਾ। ਦੇਖੋ 7 ਤੇ 3 ਹੋ ਗਿਆ 10, 10/2 ਇਹਨੂੰ ਕੱਟਾਂਗੇ ਕਿੰਨਾ ਆ ਗਿਆ 5, ਠੀਕ ਹੈ। ਉਧਰਲੀ ਸਾਈਡ ਕਿੰਨਾ ਆ ਗਿਆ -2 + 4, ਇਹ ਆ ਗਿਆ ਸਾਡੇ ਕੋਲੇ +2/2 ਕੱਟਾਂਗੇ 2 ਏਕਮ 2, ਤਾਂ ਪੁਆਇੰਟ ਕੀ ਆ ਗਿਆ 5 ਤੇ 1। ਤਾਂ ਇਹੀ ਸਾਡਾ ਕੀ ਹੈ ਮਿਡ ਪੁਆਇੰਟ ਹੈ। ਪਹਿਲਾ ਆਨਸਰ ਸਾਡਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਦੇਖੋ 18ਵਾਂ ਕੁਐਸਚਨ ਹੈ ਜਿਹੜਾ ਸਾਡੇ ਕੋਲੇ, ਨਿਰਦੇਸ਼ਾਂਕ 2 3 ਤੇ 4 1 ਦੇ ਵਿਚਕਾਰਲੀ ਦੂਰੀ ਪਤਾ ਕਰੋ। ਇਹ ਅਸੀਂ ਸੋਲਵ ਕਰਦੇ ਹਾਂ। ਥੋੜਾ ਜਿਹਾ ਮੈਂ ਇੱਧਰ ਸਕਰੋਲ ਕਰ ਲਿਆ। 2 ਔਰ 3 ਹੈ ਪਹਿਲਾ ਪੁਆਇੰਟ, ਦੂਸਰਾ ਪੁਆਇੰਟ ਹੈ 4 ਤੇ 1। ਇਹਨਾਂ ਦੇ ਵਿੱਚ ਅਸੀਂ ਦੂਰੀ ਪਤਾ ਕਰਨੀ ਹੈ। ਤਾਂ ਕੀ ਕਰਨਾ ਹੈ, ਪਹਿਲਾਂ x2 ਦੇ ਵਿੱਚੋਂ x1 ਘਟਾਉਣਾ। ਸਾਡਾ ਫਾਰਮੂਲਾ ਹੁੰਦਾ ਹੈ ਦੋਨੋਂ x ਵਾਲੀ ਵੈਲਿਊ ਨੂੰ ਮਾਈਨਸ ਕਰਨਾ ਹੈ, ਫਿਰ ਦੋਨੋਂ y ਵਾਲੀ ਵੈਲਿਊ ਨੂੰ ਮਾਈਨਸ ਕਰਨਾ, ਉਹਨਾਂ ਦਾ ਸਕੇਅਰ ਕਰ ਲੈਣਾ ਹੈ ਔਰ ਉਸਦਾ ਸਕੇਅਰ ਰੂਟ। ਇਹ ਸਾਡੇ ਕੋਲ ਫਾਰਮੂਲਾ ਹੁੰਦਾ ਹੈ ਡਿਸਟੈਂਸ ਫਾਰਮੂਲਾ, ਇਹਦਾ ਅਸੀਂ ਯੂਜ ਕਰਾਂਗੇ। ਪਹਿਲਾਂ ਦੇਖੋ 4 ਚੋਂ 2 ਘਟਾਇਆ ਉਹਦਾ ਵਰਗ ਕਰਤਾ, ਪਲੱਸ ਫਿਰ y ਵਾਲੀ ਵੈਲਿਊ ਹੈ 1 ਚੋਂ 3 ਘਟਾਇਆ ਉਹਦਾ ਵਰਗ ਕਰਤਾ। ਤਾਂ ਕਿੰਨਾ ਆ ਗਿਆ, ਦੇਖੋ 4 ਚੋਂ 2 ਘਟਾਓਗੇ 2, 2 ਦਾ ਵਰਗ ਹੋ ਗਿਆ, 1 ਚੋਂ 3 ਘਟਾਓਗੇ -2 ਦਾ ਸਕੇਅਰ ਹੋ ਗਿਆ, ਸਾਡੇ ਕੋਲ ਵਰਗ ਹੋ ਗਿਆ ਉਹਦਾ ਵਰਗਮੂਲ। 2 ਦਾ ਵਰਗ 4 -2 ਦਾ ਵਰਗ ਫਿਰ 4, ਤੇ ਇਹ ਹੋ ਗਿਆ ਸਾਡੇ ਕੋਲੇ 4 ਦੂਣੀ 8, ਜਾਂ ਅਸੀਂ ਇਸ ਨੂੰ ਲਿਖ ਸਕਦੇ ਹਾਂ 4 ਗੁਣਾ 2 ਔਰ 4 ਦਾ ਵਰਗਮੂਲ ਸਾਨੂੰ ਪਤਾ ਕਿੰਨਾ ਹੁੰਦਾ ਹੈ 2 ਹੁੰਦਾ ਹੈ। ਇਹ ਹੈਗਾ 2 ਵਰਗਮੂਲ 2। ਤਾਂ ਇਹ ਸਾਡਾ ਰਾਈਟ ਆਨਸਰ ਹੈ। ਦੇਖੋ ਸੈਕੰਡ ਆਪਸ਼ਨ ਸਾਡਾ ਰਾਈਟ ਆਨਸਰ ਹੈ 2 ਸਕੇਅਰ ਰੂਟ 2। ਇਹਨਾਂ ਇਕਾਈਆਂ ਸਾਡੀ ਕੀ ਹੋਊਗੀ ਦੂਰੀ ਹੋਊਗੀ। ਅਗਲਾ ਪ੍ਰਸ਼ਨ ਹੈ, ਜੇਕਰ A B C 3 ਬਿੰਦੂ ਦਿੱਤੇ ਹੋਏ ਹੈ, ਇੱਕ ਸਮਰੇਖੀ ਹੈ, ਇੱਕ ਰੇਖਾ ਦੇ ਵਿੱਚ ਹੈ ਤਿੰਨੋਂ ਪੁਆਇੰਟ, ਇੱਕ ਲਾਈਨ ਦੇ ਉੱਪਰ ਹੈ ਤਿੰਨੋਂ ਪੁਆਇੰਟ, ਤਾਂ ਇਹਨਾਂ ਦੁਆਰਾ ਬਣੀ ਤ੍ਰਿਭੁਜ ਦਾ ਖੇਤਰਫਲ ਕੀ ਹੋਵੇਗਾ। ਜਦੋਂ ਟ੍ਰਾਇੰਗਲ ਬਣ ਹੀ ਨਹੀਂ ਰਹੀ, ਤਿੰਨੋਂ ਪੁਆਇੰਟ ਇੱਕ ਲਾਈਨ ਦੇ ਵਿੱਚ ਹੈ ਤਾਂ ਟ੍ਰਾਇੰਗਲ ਬਣ ਹੀ ਨਹੀਂ ਰਹੀ, ਤਾਂ ਟ੍ਰਾਇੰਗਲ ਦਾ ਜਿਹੜਾ ਏਰੀਆ ਹੈ ਉਹ ਕਿੰਨਾ ਹੋਊਗਾ 0 ਹੋਊਗਾ, ਕਿਉਂਕਿ ਟ੍ਰਾਇੰਗਲ ਬਣੀ ਨਹੀਂ। ਜੇ ਟ੍ਰਾਇੰਗਲ ਬਣ ਜੇ ਤਾਂ ਉਹਦਾ ਕੁਛ ਨਾ ਕੁਛ ਏਰੀਆ ਹੋਊਗਾ, ਇੱਥੇ ਟ੍ਰਾਇੰਗਲ ਨਹੀਂ ਬਣ ਰਹੀ, ਇਸ ਦਾ ਏਰੀਆ ਕੀ ਹੈ ਫਿਰ 0 ਹੈ। ਤਾਂ ਅਗਲਾ ਪ੍ਰਸ਼ਨ ਦੇਖੋ, ਚਿੱਤਰ ਵਿੱਚ ਜੇਕਰ AP ਬਰਾਬਰ 3/7 AB ਹੈ ਤਾਂ AP ਬਟਾ PB ਦੀ ਵੈਲਿਊ ਕੀ ਹੋਊਗੀ। ਦੇਖੋ ਸਾਡੇ ਕੋਲ ਜਿਹੜੀ ਵੈਲਿਊ ਦਿੱਤੀ ਹੋਈ ਹੈ AP ਬਰਾਬਰ ਹੈ 3/7 AB ਦੇ। ਹੁਣ ਜੇ ਅਸੀਂ AB ਨੂੰ ਇੱਧਰ ਬਟੇ 'ਚ ਲਿਆਈਏ ਤਾਂ ਇਸ ਨੂੰ ਅਸੀਂ ਲਿਖ ਸਕਦੇ ਹਾਂ AP ਬਟਾ AB ਬਰਾਬਰ 3/7। ਇਹ ਸਾਡੇ ਕੋਲ ਅਨੁਪਾਤ ਆ ਗਿਆ ਕਿਸ ਦਾ, AP ਦਾ ਔਰ AB ਦਾ। ਮੰਨ ਲੈਂਦੇ ਹਾਂ AB ਹੈ ਜਿਹੜੀ ਨਾ ਸਾਡੇ ਕੋਲ 3 ਸੈਂਟੀਮੀਟਰ, ਅਸੀਂ ਇੱਕ ਵਾਰੀ ਸਪੋਜ਼ ਕਰ ਲੈਂਦੇ ਹਾਂ ਵੀ AP ਸਾਡੇ ਕੋਲ 3 ਸੈਂਟੀਮੀਟਰ ਔਰ AB ਸਾਡੇ ਕੋਲ 7 ਸੈਂਟੀਮੀਟਰ। ਆਪਾਂ ਹੁਣ ਇਹਨੂੰ ਲਿਖ ਕੇ ਦੇਖਦੇ ਹਾਂ। ਦੇਖੋ AP ਦੀ ਵੈਲਿਊ ਆ ਸਾਰੀ ਸਾਡੇ ਕੋਲ ਇੰਨੀ 3 ਸੈਂਟੀਮੀਟਰ ਹੈ, ਵੈਸੇ ਹੀ ਸਪੋਜ਼ ਕਰ ਲਿਆ ਮੈਂ 3 ਸੈਂਟੀਮੀਟਰ, ਠੀਕ ਹੈ। ਔਰ AB ਦੀ ਵੈਲਿਊ ਆ ਸਾਰੀ ਸਾਡੇ ਕੋਲ ਅਸੀਂ ਮੰਨ ਲੈਂਦੇ 7 ਸੈਂਟੀਮੀਟਰ ਹੈ। ਤੇ ਜੇ ਅਸੀਂ PB ਦੀ ਵੈਲਿਊ ਕੱਢਣੀ ਹੋਵੇ ਹੁਣ ਕਿੰਨੀ ਹੋਊਗੀ, ਇਹ 7 ਚੋਂ 3 ਘਟਾ ਦਾਂਗੇ 4 ਸੈਂਟੀਮੀਟਰ ਹੀ ਹੋਊ ਨਾ, ਕਿਉਂਕਿ ਦੇਖੋ ਸਾਰੀ A ਤੋਂ ਲੈ ਕੇ B ਤੱਕ ਕਿੰਨੀ ਹੈ 7 ਹੈ, ਉਹਦੇ ਵਿੱਚੋਂ ਪਹਿਲੀ 3 AP ਛੱਡ ਦਈਏ ਤਾਂ ਕਿੰਨੀ ਬਚ ਗਈ 4 ਬਚ ਗਈ, 7 ਚੋਂ 3 ਘਟਾ ਦਾਂਗੇ ਕਿੰਨੀ ਬਚ ਗਈ 4। ਤਾਂ ਹੁਣ ਸਾਨੂੰ ਪੁੱਛਿਆ ਸੀ, ਕੀ ਪੁੱਛਿਆ ਸੀ ਸਾਨੂੰ AP ਬਟਾ PB, ਇਹੀ ਪੁੱਛਿਆ ਸੀ ਨਾ, ਤਾਂ ਸਾਡੇ ਕੋਲ ਆਨਸਰ ਆ ਗਿਆ। ਦੇਖੋ AP ਕਿੰਨੀ ਹੈ 3 ਹੈ
पी बी कितनी साढ़े को 4 है, तो साडा आंसर कितना आ गया 3/4। देख लो चौथा ऑप्शन साडा की है राइट आंसर है। बिल्कुल आसान क्वेश्चन सी ये। अगला साडा जिहड़ा देखो प्रश्न है, जेकर tan A बराबर 4/3 होवे तो sin A का मुल कितना होवेगा। तो सब तो पहला बेटा एक आपां राइट एंगल ट्रायंगल ड्रॉ करते हैं जिहदे विच एक कोण 90 डिग्री का हुंदा है। तो एक जिहड़ी आपां राइट एंगल ट्रायंगल आ ड्रॉ कर ली। हुण तुसीं देखो इत्थे जिहड़ा कोण है 90 डिग्री का है। मान लो आ साडे कोले कोण ए है, आ साडे कोले कोण बी है और आ कोण की है सी है। तो कोण ए की गल हो रही है, देखो इत्थे tan A, आपां नूं tan A की वैल्यू दित्ती हुई है ना, tan A कितनी है tan A की वैल्यू साडे कोल 4/3। तो जिहड़ा एंगल हुंदा बेटा जिवें इत्थे ए एंगल किया होया tan A, तो एंगल के सामने जिहड़ी भुजा होगी वो लंब होगी और 90 डिग्री के कोण के सामने जिहड़ी भुजा हुंदी है वो कर्ण हुंदी है। ये गल तुसीं याद रखनी है। और हेठा की बच गया साडे कोल आधार। जे इत्थे सी एंगल की गल हुंदी tan C की, तो जिहड़ी सी एंगल के सामने भुजा आधार है उसनूं असीं लंब बनदी। परपेंडिकुलर हमेशा जिहड़े एंगल की असीं गल करदे हैं उहदे सामने वाली भुजा होगी, ठीक है। तो हुण इत्थे की है साडे कोले tan A की वैल्यू 4/3 है, यानी tan थीटा हुंदा की है साडे कोले लंब वटा आधार। tan थीटा की हुंदा है लंब वटा आधार। तो यानी सानूं ये दिता होया है जिहड़ा लंब है वो साडे कोले 4 है, ठीक है, और जिहड़ा आधार है वो कितना साडे कोले 3 है। तो इत्थों ये गल क्लीयर हो गई। तो इत्थों असीं कर्ण कढ लांगे बाय पाइथागोरस थ्योरम। जिहड़ा कर्ण का मुल होऊगा पाइथागोरस थ्योरम दे नाल की हुंदा हैगा लंब का वर्ग प्लस आधार का वर्ग परपेंडिकुलर स्केयर प्लस बेस स्केयर उसका की कर देंगे स्केयर रूट। तो ये साडे कोल आ गया 16, 3 का वर्ग 9 हुंदा है, 16 ते 9 कितना हो गया 25, और 25 का जो असीं वर्गमूल किया कितना आ गया 5। तो इत्थों असीं पाइथागोरस थ्योरम लगा के कर्ण की वैल्यू कढ ली, वो कितनी आ गई साडे कोले 5 आ गई। जो हुण सानूं ट्रायंगल दी तीनों भुजावां पता है, हुण सानूं वैल्यू बेटा किस दी पुछी हुई है, देखो साइन ए दी। सानूं किस दी वैल्यू पुछी हुई है साइन ए दी। कोई भी सानूं पुछ सकदे है, कॉस ए भी पुछ सकदे है। तो साइन ए की हुंदा हैगा, साइन ए हुंदा लंब बटा कर्ण परपेंडिकुलर बटा हाइपरटन्यूज। तो लंब साडे कोले कितना हैगा 4 और कर्ण असीं कितना हैगा कड्ढिया हुणी 5। तो लंब साडे कोले 4 सीगा देखो, और कर्ण कितना आ गया सी 5। तो 4/5 किस दी वैल्यू है साइन ए दी। तो तुसीं देखोगे बेटा जिहड़ा सैकेंड ऑप्शन है साडा वो की हैगा राइट आंसर है। तो tan A की वैल्यू दित्ती सी, असीं की कीता, दो भुजावां सानूं पता चल गईयां, तीसरी भुजा असीं कढ लई पाइथागोरस थ्योरम लगा के। उस तो बाद असीं साइन ए दी वैल्यू फाइंड आउट की। तो इसनूं बेटा तुसीं नोट कर लो। नैक्सट क्वेश्चन देखो। अगला साडा बेटा जिहड़ा क्वेश्चन है देखो की है sin 2A = 2 sin A दिता होया है, और सानूं पुछया होया है ये वैल्यू कदों इक्वल हुंदी है जदों A का मुल की होवे। तो ये क्वेश्चन असीं सॉल्व करते हैं। देखो sin 2A हुंदा जिहड़ा उसका फार्मूला एक्चुअल दे विच की हुंदा हैगा, ये फार्मूला +1 च हुंदा। वैसे आपां दूसरे मैथड नाल ही बेटा इहनूं सॉल्व कर लैंदे हैं। तुसीं देखो ए दी पहला ऑप्शन है साडा 0 डिग्री। जे असीं एंगल ए है 0 डिग्री पुट कर दईए, sin 2 × 0 डिग्री, ए की जगह पर असीं 0 डिग्री पुट करता। सानूं पता sin 0 की वैल्यू 0 हुंदी है। देखो 2 की 0 नाल गुणा करांगे 0 बन जूगा। sin 0 का मुल कितना हुंदा 0 हुंदा है, और sin 0 का मुल 0 हुंदा, तो 2 × 0, इत्थे भी sin 0 0 हो गया। तो इत्थे जो दोनों वैल्यूज की हो गई बराबर हो गई। तो ए का जिहड़ा मुल है वो कितना होना चाहिए 0 डिग्री। तो जिहड़ा फर्स्ट ऑप्शन है वही साडा की है राइट आंसर है। तो अगला प्रश्न देखो की है 23rd, sin 18 डिग्री बटा cos 72 डिग्री का मुल सानू पुछया होया। sin 18 डिग्री बटा cos 72 डिग्री। तो एक साडे कोले बेटा फार्मूला हुंदा है, वो की हुंदा मैं इत्थे लिख रहा sin थीटा बराबर हुंदा cos 90 - थीटा। जानी जे असीं साइन नूं कॉस दे विच बदलना है तो सानूं जिहड़ा एंगल है वो 90 दे विचों की करना पऊगा माइनस करना पऊगा। तो हुण इत्थे की सी देखो sin 18 डिग्री सी, थीटा की जगह तो 18 डिग्री है। जिहनूं असीं कॉस दे विच कन्वर्ट करिए तो साइन 90 दे विचों असीं 18 डिग्री की कर दांगे माइनस कर दांगे। ये फार्मूला अपलाई करता, थीटा की जगह तो यानी कितना करता सी 18 डिग्री है। देखो तो साडे कोले कितना हो जूगा, ये आ वैल्यू बन जूगी।
साइन 18 डिग्री बराबर कॉस 90 माइनस 18 डिग्री बटा की है कॉस 72 डिग्री। एक कॉस 90 चो 18 घटाए कॉस 72 आ जाऊगा और बटा कॉस 72 डिग्री है ही है साढ़े कोल, तो कैंसल होकर कितना आ गया 1। तो 1 इहदा की हैगा राइट आंसर। वैसे ही याद रखना है ये कोण एक दूसरे के पूरक है, इन्हों का जोड़ कितना बनता देखो 18 ते 72 का 90, और साइन ते कॉस एक दूसरे के पूरक उन्होंने दोनों कट्टे जाएंगे आपस के कितना आ जाऊगा 1। तो ये साडा की है राइट आंसर। नैक्सट क्वेश्चन देखो 24th, उस दे विच की है साडे कोल वैल्यू दसनी है असनी 9 सीकेंड स्केयर ए माइनस 9 टैन स्केयर ए किस दे इक्वल हुंदा हैगा। जे इथों असीं 9 साझा कढ लईए तो यही वैल्यू बेटा काहदे इक्वल हो जूगी, जिथों 9 कॉमन कढ लैने ये हो जाऊगा सीकेंड स्केयर ए माइनस टैन स्केयर ए। तो 3 साडे कोले सर्वसमकावां हुंदियां जिन्हां दी वैल्यू सानूं पता है। देखो पहली सर्वसमका हुंदी है साइन स्केयर ए प्लस कॉस स्केयर ए, साइन स्केयर प्लस कॉस स्केयर की वैल्यू की हुंदी है 1 हुंदी है। दूसरी सर्वसमका साडे कोले हैगी है सीकेंड स्केयर ए माइनस टैन स्केयर ए, एदी वैल्यू भी कितनी हुंदी है 1 हुंदी है। अगली सर्वसमका साडे कोले हैगी है कॉसीकेंड स्केयर ए माइनस कॉट स्केयर ए, एदी वैल्यू भी कितनी हुंदी है 1 हुंदी है। तो ये तीनों तुसीं रिजल्ट बेटा याद रखने हैं। इत्थे असीं दूसरे रिजल्ट का यूज कर रहे हैं सीकेंड स्केयर ए माइनस टैन स्केयर ए, ਇਹਦੀ वैल्यू कितनी ਹੁੰਦੀ है 1 ਹੁੰਦੀ है। तो 9 ਦੀ 1 ਨਾਲ ਗੁਣਾ ਕਰੀ 9 एकम कितना आ गया 9। तो साडा राइट आंसर की है बी ऑप्शन साडा राइट आंसर है। अगे नैक्सट क्वेश्चन, अगला जोड़ा बेटा साडा क्वेश्चन देखो की है साइन 30 डिग्री प्लस कॉस 60 डिग्री प्लस टैन 45 डिग्री, ਇਹਦੀ वैल्यू असीं दसनी है कितनी होगी। तो देखो साइन 30 डिग्री के उपर हुंदा हैगा 1/2, साइन 30 डिग्री की जी वैल्यू है वो 1/2 हुंदी है, प्लस फिर उस तो बाद है कॉस 60 डिग्री, कॉस 60 डिग्री की वैल्यू भी कितनी होंगी 1/2 होंगी है, और फिर है टैन 45 डिग्री, टैन 45 डिग्री की वैल्यू कितनी होंगी है 1। ये जिहड़ियां 3 वैल्यूज है इन्हां दा मैं यूज किया है। देखो साइन 30 डिग्री की वैल्यू 1/2, फिर कॉस 60 डिग्री की वैल्यू 1/2 और टैन 45 डिग्री की वैल्यू कितनी होंगी है 1 होंगी है। ये अपने को 10th क्लास का जोड़ा मैथ है बेटा उस टेबल बनी हुई है, उन्होंने तुसीं याद कर लो उत्थों वैल्यूज नूं। हुण देखो 1/2 और 1/2 दोनों जो जोड़ देंगे अद्धे तो अद्धे जोड़ के कितना बन गया 1 बन गया, तो एक अपने को पहले हैगा एक तो 1 किन्ने हो गए 2 हो गए। तो यही साडा की हैगा राइट आंसर है, बिल्कुल आसान। साइन 30 डिग्री 1/2 होंदा है और कॉस 60 डिग्री भी 1/2 होंदा है, टैन 45 1 होंदा है। हाफ तो हाफ अद्धे तो अद्धे जोड़ांगे कितना हो गया 1 हो गया, 1 पहले ही हैगा एक अपने को 1 + 1 कितना हो गया 2, 2 साडा की है राइट आंसर है। अगे चलते हैं नैक्सट क्वेश्चन पर। अगे हेठां दित्तियां विचों किहड़ी आकृति चक्कर की स्पर्श रेखा यानी टेंजेंट नूं दर्शाउंदी है। चक्कर की यानी सर्कल की जिहड़ी टेंजेंट है वो कित्थे बन रही है। देखो पहले डायग्राम दे विच जिहड़ी आ रेखा है आ सर्कल नूं टच ही नहीं करती, किते मिलती नहीं, तो साडा आंसर ही नहीं हैगा। टच ही नहीं करती तो यह की है टेंजेंट नहीं हैगी, स्पर्श रेखा नहीं हैगी। इत्थे 2 बिंदुओं के उपर कट रही है रेखा, तो जिहड़ी स्पर्श रेखा हुंदी है एक चक्कर नूं एक ही बिंदु ते स्पर्श करती है जां कटदी है, ठीक है। तो इत्थे 2 बिंदुओं पर कट रही है, ये भी साडा आंसर नहीं हैगा। तो देखो तीसरे ऑप्शन दे विच जिहड़ी रेखा है एक बिंदु के उपर सर्कल नूं टच कर रही है, स्पर्श कर रही है, यही साडा की हैगा राइट आंसर है। तो इत्थे भी देखो चौथे ऑप्शन दे विच 2 बिंदुओं के उपर कट रही सी, ये भी साडा की आंसर नहीं हैगा। तो तीसरा ऑप्शन बेटा इसदा राइट आंसर है। अगे चलते हैं नैक्सट क्वेश्चन पे। 28वां क्वेश्चन देखो कि चक्कर के बाहरी बिंदु तो चक्कर से कितनियां स्पर्श रेखावां खिंचियां जा सकदियां। ये बिल्कुल ही आसान जा क्वेश्चन है। जे असीं देखिए एक सर्कल के उपर कितनियां आपां स्पर्श रेखावां खिंच सकते हैं, आप ड्रॉ करके देख लैंदे हैं। तुसीं देखो एक अपने को मान लो सर्कल है और एक बाहर एक बिंदु है, इस बिंदु तो जे असीं स्पर्श रेखा खिंचांगे एक इत्थे उपर खिंच सकते हैं, एक इत्थे हेठां खिंच सकते हैं, होर किसी पॉइंट के उपर जिहड़ी स्पर्श रेखा वो खिंची नहीं जा सकती। देखो एक उपर सीगी और एक हेठां सीगी, तो एक बाहरले बिंदु तो किसी चक्कर दियां 2 स्पर्श रेखावां मान लो एक PA और एक PB, तो 2 स्पर्श रेखावां खिंचियां जा सकदियां एक बाहरले बिंदु तो इसदा राइट आंसर की है 2 स्पर्श रेखावां खिंचियां जा सकदियां हन। तो यही साडा की हैगा इत्थे राइट आंसर है। अगे नैक्सट क्वेश्चन है चक्कर की स्पर्श रेखा, चक्कर की स्पर्श रेखा स्पर्श बिंदु ते चक्कर के अर्ध व्यास नाल किन्ने डिग्री का कोण बनाउंदी है।
ਤਾਂ ਅਸੀਂ ਦੱਸਣਾ ਹੈ ਸਪਰਸ਼ ਰੇਖਾ ਦੇ ਵਿੱਚ ਔਰ ਚੱਕਰ ਦੇ ਅਰਧ ਵਿਆਸ ਦੇ ਵਿੱਚ ਕਿੰਨੇ ਡਿਗਰੀ ਦਾ ਕੋਣ ਬਣਿਆ ਹੁੰਦਾ ਹੈਗਾ। ਤਾਂ ਇਹ ਯਾਦ ਰੱਖਣਾ ਬੇਟਾ 90 ਡਿਗਰੀ। ਜਿਹੜੀ ਸਪਰਸ਼ ਰੇਖਾ ਹੁੰਦੀ ਹੈ ਉਹ ਅਰਧ ਵਿਆਸ ਦੇ ਉੱਪਰ ਲੰਬ ਹੁੰਦੀ ਹੈ। ਮੰਨ ਲਓ ਇਹ ਸਾਡੇ ਕੋਲ ਇੱਕ ਸਰਕਲ ਹੈ, ਆਹ ਸਾਡੇ ਕੋਲ ਇਹਦਾ ਸੈਂਟਰ ਹੈ, ਕੇਂਦਰ ਹੈ, ਆਹ ਇਹਦਾ ਕੀ ਹੋ ਗਿਆ ਅਰਧ ਵਿਆਸ ਹੋ ਗਿਆ, ਰੇਡੀਅਸ ਹੋ ਗਈ, ਆਹ ਸਾਡੇ ਕੋਲ ਸਪਰਸ਼ ਰੇਖਾ ਹੋ ਗਈ। ਦੋਨਾਂ ਦੇ ਵਿਚਕਾਰ ਜਿਹੜਾ ਕੋਣ ਬਣਦਾ ਹੈਗਾ ਇਹ ਕਿੰਨੇ ਡਿਗਰੀ ਦਾ ਬਣਦਾ ਹੈ 90 ਡਿਗਰੀ ਦਾ। ਸਪਰਸ਼ ਰੇਖਾ ਦੇ ਵਿੱਚ ਔਰ ਅਰਧ ਵਿਆਸ ਦੇ ਵਿੱਚ, ਰੇਡੀਅਸ ਦੇ ਵਿੱਚ ਔਰ ਟੈਂਜੈਂਟ ਦੇ ਵਿੱਚ ਜਿਹੜਾ ਐਂਗਲ ਹੁੰਦਾ ਹੈ ਉਹ ਕਿੰਨੇ ਡਿਗਰੀ ਦਾ ਹੁੰਦਾ ਹੈ 90 ਡਿਗਰੀ ਦਾ। ਇਸ ਗੱਲ ਨੂੰ ਬੇਟਾ ਤੁਸੀਂ ਯਾਦ ਰੱਖਣਾ, ਠੀਕ ਹੈ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਤੇ। ਇੱਕ ਬਿੰਦੂ Q ਤੋਂ ਇਹਦਾ ਆਪਾਂ ਨੂੰ ਬੇਟਾ ਡਾਇਗਰਾਮ ਬਣਾਉਣਾ ਪਊਗਾ। ਸਪਰਸ਼ ਰੇਖਾ ਦੀ ਜਿਹੜੀ ਲੰਬਾਈ ਹੈ ਉਹ 24 ਸੈਂਟੀਮੀਟਰ ਦਿੱਤੀ ਹੋਈ ਹੈ, ਯਾਨੀ ਟੈਂਜੈਂਟ ਦੀ ਜਿਹੜੀ ਲੰਬਾਈ ਦਿੱਤੀ ਹੋਈ ਹੈ। Q ਦੀ ਕੇਂਦਰ ਤੋਂ ਦੂਰੀ ਕਿੰਨੀ ਹੈ 25 ਸੈਂਟੀਮੀਟਰ। ਤਾਂ ਚੱਕਰ ਦਾ ਅਰਧ ਵਿਆਸ ਹੈ ਜਿਹੜਾ ਸਾਨੂੰ ਉਹ ਪੁੱਛਿਆ ਹੋਇਆ। ਇਹ ਬਿਲਕੁਲ ਆਸਾਨ ਕੁਐਸਚਨ ਹੈ। ਤਾਂ ਪਹਿਲਾਂ ਆਪਾਂ ਇਹਦਾ ਡਾਇਗਰਾਮ ਬਣਾਉਣੇ ਆ। ਮੰਨ ਲਓ ਇੱਕ ਸਾਡੇ ਕੋਲੇ ਇਹ ਚੱਕਰ ਦਿੱਤਾ ਹੋਇਆ ਹੈ, ਇੱਥੋਂ ਅਸੀਂ ਬਾਹਰ ਇੱਕ ਬਿੰਦੂ ਲੈ ਲੈਂਦੇ ਹਾਂ। ਮੰਨ ਲਓ ਜਿਹੜਾ ਬਾਹਰ ਇੱਕ ਪੁਆਇੰਟ ਹੈਗਾ ਅਸੀਂ ਉਹ ਬਣਾ ਲਿਆ। ਇੱਕ ਪੁਆਇੰਟ ਕੀ ਹੈ Q ਪੁਆਇੰਟ ਹੈ, ਠੀਕ ਹੈ। ਇੱਕ ਬਿੰਦੂ Q ਤੋਂ ਇੱਕ ਚੱਕਰ ਤੇ ਸਪਰਸ਼ ਰੇਖਾ। ਹੁਣ ਇਸ ਬਿੰਦੂ ਤੋਂ ਅਸੀਂ ਇੱਕ ਚੱਕਰ ਦੀ ਸਪਰਸ਼ ਰੇਖਾ ਖਿੱਚਤੀ। ਮੰਨ ਲਓ ਆ ਕੀ ਇਹ ਚੱਕਰ ਦੀ ਇੱਕ ਸਪਰਸ਼ ਰੇਖਾ ਔਰ ਜਿਹੜਾ ਚੱਕਰ ਦਾ ਕੇਂਦਰ ਹੈ ਉਹ ਮੰਨ ਲਓ ਆਹ ਵਾਲਾ, ਇੱਥੇ ਚੱਕਰ ਦਾ ਕੀ ਹੈ ਕੇਂਦਰ ਹੈ, ਸੈਂਟਰ ਹੈਗਾ, ਠੀਕ ਹੈ। ਹੁਣ ਕੁਐਸਚਨ ਦੇ ਵਿੱਚ ਦੇਖੋ ਕੀ ਸੀਗਾ, Q ਤੋਂ ਇੱਕ ਚੱਕਰ ਦੀ ਸਪਰਸ਼ ਰੇਖਾ ਦੀ ਲੰਬਾਈ ਜਿਹੜੀ ਅਸੀਂ ਖਿੱਚੀ ਹੈ ਇਹ ਮੰਨ ਲਓ P ਹੈ, QP ਹੈ। ਇਸ ਦੀ ਜਿਹੜੀ ਲੰਬਾਈ ਹੈ ਉਹ 24 ਸੈਂਟੀਮੀਟਰ ਦਿੱਤੀ ਹੋਈ ਹੈ। ਔਰ ਜਿਹੜਾ Q ਬਿੰਦੂ ਹੈ ਉਸ ਦੀ ਕੇਂਦਰ ਤੋਂ ਜਿਹੜੀ ਦੂਰੀ ਹੈ, ਜਿਹੜੀ ਉਸ ਦੀ ਕੇਂਦਰ ਤੋਂ ਦੂਰੀ ਹੈ ਆਹ ਵਾਲੀ, ਇਹ ਸਾਡੇ ਕੋਲ ਦਿੱਤੀ ਹੋਈ ਹੈ 25 ਸੈਂਟੀਮੀਟਰ, 25 ਸੈਂਟੀਮੀਟਰ। ਔਰ ਸਾਨੂੰ ਪੁੱਛਿਆ ਹੋਇਆ ਚੱਕਰ ਦਾ ਅਰਧ ਵਿਆਸ, ਜਾਨੀ ਇਹ ਅਸੀਂ ਅਰਧ ਵਿਆਸ ਜਿਹੜਾ ਉਹ ਪਤਾ ਕਰਨਾ ਹੈ। ਔਰ ਚੱਕਰ ਦਾ ਕੇਂਦਰ ਕੀ ਹੈ ਸਾਡੇ ਕੋਲੇ ਮੰਨ ਲਓ ਉਹ ਹੈ। ਤਾਂ OP ਦੀ ਲੰਬਾਈ ਅਸੀਂ ਪਤਾ ਕਰਨੀ ਹੈ। ਦੇਖੋ ਆਹ ਜਿਹੜਾ ਐਂਗਲ ਹੈ 90 ਡਿਗਰੀ ਦਾ ਹੋਊਗਾ। ਅਰਧ ਵਿਆਸ ਤੇ ਸਪਰਸ਼ ਰੇਖਾ ਦੇ ਵਿੱਚ ਜਿਹੜਾ ਕੋਣ ਬਣਦਾ ਹੈ ਉਹ ਕਿੰਨੇ ਡਿਗਰੀ ਦਾ ਹੁੰਦਾ ਹੈ 90 ਡਿਗਰੀ ਦਾ। ਤਾਂ ਹੁਣ ਜੇ ਅਸੀਂ OP ਦੀ ਲੰਬਾਈ ਜਾਨੀ ਇਸ ਟ੍ਰਾਇੰਗਲ ਦੇ ਵਿੱਚ ਲੰਬ ਕੱਢਣਾ ਹੋਵੇ OP, ਤਾਂ ਕੀ ਹੋਊਗਾ ਪਾਇਥਾਗੋਰ ਥਿਓਰਮ ਦੇ ਨਾਲ ਕਰਨ ਦਾ ਵਰਗ ਮਾਈਨਸ ਆਧਾਰ ਦਾ ਵਰਗ। ਇਸੇ ਤਰੀਕੇ ਨਾਲ ਕਰਦੇ ਹੁੰਦੇ 25 ਦਾ ਵਰਗ ਮਾਈਨਸ 24 ਦਾ ਵਰਗ। 25 ਗੁਣਾ 25 ਕਿੰਨਾ ਹੋ ਗਿਆ 625 ਔਰ 24 ਗੁਣਾ 24 ਕਿੰਨਾ ਹੋ ਗਿਆ 576। 576 ਇਹਨੂੰ ਅਸੀਂ ਮਾਈਨਸ ਕਰ ਦਿੰਦੇ ਹਾਂ। 15 ਚੋਂ ਅਸੀਂ ਦੇਖੋ 6 ਕੱਢਾਂਗੇ ਕਿੰਨਾ ਆ ਗਿਆ ਸਾਡੇ ਕੋਲ 9, ਇੱਥੇ ਬਚ ਗਿਆ ਸਾਡੇ ਕੋਲ 11, 11 ਚੋਂ 7 ਘਟਾਈ 4 49, 49 ਦਾ ਵਰਗਮੂਲ ਕਿੰਨਾ ਹੁੰਦਾ 7 ਸੈਂਟੀਮੀਟਰ। ਤਾਂ ਜਿਹੜਾ ਚੱਕਰ ਸੀ, ਜਿਹੜਾ ਸਰਕਲ ਸੀ ਉਹਦਾ ਜਿਹੜਾ ਅਰਧ ਵਿਆਸ ਹੈ ਰੇਡੀਅਸ ਹੈ ਉਹ ਕਿੰਨੀ ਆ ਗਈ ਸਾਡੇ ਕੋਲ 7 ਸੈਂਟੀਮੀਟਰ। ਤਾਂ ਸਾਡਾ A ਆਪਸ਼ਨ ਕੀ ਹੈਗਾ ਰਾਈਟ ਆਨਸਰ ਹੈ। ਤਾਂ ਅਗਲਾ ਪ੍ਰਸ਼ਨ ਦੇਖੋ ਕੀ ਹੈ 31ਵਾਂ ਸਾਡੇ ਕੋਲ ਦੇਖੋ ਕੁਐਸਚਨ ਕੀ ਹੈ, ਜੇਕਰ ਇੱਕ ਚੱਕਰ ਦਾ ਪਰਿਮਾਪ ਅਤੇ ਖੇਤਰਫਲ ਸੰਖਿਆਤਮਕ ਰੂਪ ਵਿੱਚ ਬਰਾਬਰ ਹਨ। ਇਹ ਵੈਸੇ ਬਰਾਬਰ ਨਹੀਂ ਹੁੰਦੇ ਕਿਉਂਕਿ ਇੱਕ ਦੀ ਜਿਹੜੀ ਇਕਾਈ ਹੈ ਖੇਤਰਫਲ ਜੋ ਸਕੁਅਰ ਯੂਨਿਟ ਹੈ ਔਰ ਜਿਹੜਾ ਪਰਿਮਾਪ ਹੈ ਬੇਟਾ ਉਹ ਸਕੁਅਰ ਯੂਨਿਟ ਦੇ ਵਿੱਚ ਨਹੀਂ ਹੁੰਦਾ। ਤਾਂ ਮੰਨ ਲੈਂਦੇ ਆ ਇਹ ਦੋਨੋਂ ਇੱਕ ਵਾਰ ਬਰਾਬਰ ਹੈ। ਪਰਿਮਾਪ ਹੈ ਜਿਹੜਾ ਉਹ ਕਹਿੰਦੇ ਖੇਤਰਫਲ ਦੇ ਕੀ ਹੈਗਾ ਬਰਾਬਰ ਹੈ। ਇਹ ਸਾਨੂੰ ਦਿੱਤਾ ਹੋਇਆ ਕੁਐਸਚਨ ਦੇ ਵਿੱਚ, ਠੀਕ ਹੈ। ਤਾਂ ਪਰਿਮਾਪ ਦਾ ਬੇਟਾ ਜਿਹੜਾ ਫਾਰਮੂਲਾ ਹੁੰਦਾ ਉਹ ਹੁੰਦਾ 2πr ਕਿਸੇ ਵੀ ਚੱਕਰ ਦਾ ਔਰ ਖੇਤਰਫਲ ਹੁੰਦਾ πr ਸਕੁਅਰ। ਤਾਂ ਇਹਨੂੰ ਅਸੀਂ ਲਿਖ ਸਕਦੇ ਹਾਂ 2πr ਬਰਾਬਰ πr ਸਕੁਅਰ ਦਾ ਮਤਲਬ ਕੀ ਹੈ πr ਗੁਣਾ r ਦੀ 2 ਵਾਰ ਗੁਣਾ। ਦੇਖੋ ਪਾਈ ਨਾਲ ਪਾਈ ਕੱਟ ਗਿਆ, ਇੱਕ r ਨਾਲ ਇੱਕ r ਕੱਟ ਗਿਆ, ਸਾਡੇ ਕੋਲ ਕੀ ਆ ਗਿਆ 2 ਬਰਾਬਰ r। ਤਾਂ r ਦੀ ਵੈਲਿਊ ਕਿੰਨੀ ਆ ਗਈ ਸਾਡੇ ਕੋਲੇ 2 ਇਕਾਈਆਂ ਆ ਗਈ। ਤਾਂ ਇਹਦਾ ਜਿਹੜਾ ਆਨਸਰ ਹੈ ਪਹਿਲਾ ਆਪਸ਼ਨ ਇਹਦਾ ਕੀ ਹੈ ਬੇਟਾ ਰਾਈਟ ਆਨਸਰ ਹੈ। ਅਗਲਾ ਜਿਹੜਾ ਪ੍ਰਸ਼ਨ ਦੇਖੋ ਕੀ ਹੈ 6ਵਾਂ ਕੁਐਸਚਨ, ਸੌਰੀ 6ਵਾਂ ਨਹੀਂ 32ਵਾਂ ਕੁਐਸਚਨ। 6 ਸੈਂਟੀਮੀਟਰ ਅਰਧ ਵਿਆਸ ਵਾਲੇ ਇੱਕ ਚੱਕਰ ਦੇ ਇੱਕ ਅਰਧ ਵਿਆਸੀ ਖੰਡ ਦਾ ਖੇਤਰਫਲ ਕੱਢਣਾ ਹੈ। ਤਾਂ ਅਰਧ ਵਿਆਸੀ ਖੰਡ ਆ ਗਿਆ ਸਾਡੇ ਕੋਲੇ, ਰੇਡੀਆਈ ਸੈਕਟਰ ਹੋ ਗਿਆ, ਜਿਸ ਦਾ ਕੋਣ ਕਿੰਨਾ ਸਾਡੇ ਕੋਲੇ ਥੀਟਾ 60 ਡਿਗਰੀ ਹੈ। ਅਰਧ ਵਿਆਸ ਕਿੰਨਾ ਸੀ 6 ਸੀ। ਦੇਖੋ ਸਾਡੇ ਕੋਲ ਜਿਹੜਾ ਥੀਟਾ ਕੋਣ ਹੈ ਉਹ 60 ਡਿਗਰੀ ਹੈ ਔਰ ਜਿਹੜਾ ਅਰਧ ਵਿਆਸ ਆਰ ਹੈ ਉਹ ਕਿੰਨਾ ਹੈਗਾ ਸਾਡੇ ਕੋਲੇ 6 ਸੈਂਟੀਮੀਟਰ ਹੈ। ਔਰ ਸਾਨੂੰ ਪੁੱਛਿਆ ਕੀ ਹੋਇਆ ਅਰਧ ਵਿਆਸੀ ਖੰਡ ਦਾ ਖੇਤਰਫਲ। ਤਾਂ ਇੱਕ ਛੋਟਾ ਜਿਹਾ ਬੇਟਾ ਫਾਰਮੂਲਾ ਹੁੰਦਾ, ਮੈਂ ਸਾਈਡ ਤੇ ਇੱਧਰ ਲਿਖ ਰਿਹਾ ਹੈਗਾ। ਜਿਹੜਾ ਅਰਧ ਵਿਆਸੀ ਖੰਡ ਦਾ ਖੇਤਰਫਲ ਹੋਊਗਾ ਉਸ ਦਾ ਫਾਰਮੂਲਾ ਹੁੰਦਾ ਹੈ πr ਸਕੁਅਰ ਥੀਟਾ ਬਟਾ 360।
ये फार्मूला असी यूज करना है। पाई की वैल्यू देखो कितनी भरांगे असी y/7, ठीक है। आर कितना साढ़े को अर्ध व्यास 6 है, 2 बार आर का स्केयर है 6 × 6, और थीटा कितना साढ़े को 60 डिग्री। तो थीटा की जगह असी कोण कितना भर देंगे 60 और बटा 360, इनू असी कट देंगे। जीरो नाल देखो जीरो कट्टी गई, छिकम 36 होंदा है, 36 नाल 36 कट्टिया गया। साढ़े को उपर बच गया 6 × 22, 22 की 6 नाल गुणा की 6 दूनी 12, एक हासल आ गया 6 दूनी 12 ते 1 13, 132 बटा कितना है 7। तो 132/7 स्केयर सेंटीमीटर साडा की है अर्ध व्यासी खंड का खेत्रफल है। तो यह बेटा इसका की हैगा छोटा जिहा हल है, सलूशन है, बड़ी ईजीली तुसीं इसनूं सीख सकते हो। तो देखो दूसरा ऑप्शन साडा की है राइट आंसर है। सिर्फ ये बेटा की है फार्मूला याद रखना एक πr² थीटा बटा 360। अगे चलते हैं अगले प्रश्न ते। अगला प्रश्न है चित्र विच कोण थीटा वाले अर्ध व्यासी खंड का परिमाप की होवेगा। अर्ध व्यासी खंड का परिमाप सानू पूछया होया है, घेरा पूछया होया। देखो जिहड़ा साडे कोले अर्ध व्यासी खंड है, मैं तुहानू डायग्राम दे विच दिखा रहा, ये बनया होया है। इस दे विच जिहड़ा साडे कोले कलर्ड पोर्शन है, रंग कीता होया, वो साडा अर्ध व्यासी खंड है। उहदा घेरा की होऊगा देखो, एक तो OA + OB, OA + OB जिहड़ियां दो दियां भुजावां घेरा, एक तो आ भुजा जिन्हों मैं रैड कलर किया है, एक OB आ दोनों भुजावां, ठीक है। दोनों चक्कर एक तो यह हो गया, और एक हेठा जी चाप बन रही है A तो लैके B तक, चाप AB यानी आर्क AB, ये साडे कोले इस चक्कर का सॉरी अर्ध व्यासी खंड का परिमाप है, जिन्हों असी फाइंड आउट करना है। OA की चक्कर का अर्ध व्यास है, आर हो जूगा ये भी, OB भी की चक्कर का अर्ध व्यास है, ये भी की हो जूगा आर, प्लस की है साडे कोले ए चाप AB की लंबाई, यही चीज़ है ना साडे कोल। तो AB आर और आर नू ऐड करांगे जोड़ांगे तो कितना हो गया 2R प्लस चाप AB। तो ये साडा आंसर है। देखो ये किते ऑप्शन दे विच है तो ते असीं टिक कर देंगे। हाँ सैकेंड ऑप्शन नू तुसीं देखो बेटा की है 2R, 2 बार आर जोड़िया होया प्लस चाप AB की लंबाई, तो यही की है इस अर्ध व्यासी खंड का परिमाप है। तो अगला प्रश्न देखो, अगला साडे कोल जिहड़ा क्वेश्चन है देखो की है 34वां प्रश्न, एक घड़ी की मिनट वाली सूई की लंबाई कितनी है साडे कोले 14 सेंटीमीटर है। इस सूई द्वारा मिनट वाली सूई की गल हो रही है, 5 मिनट दे विच तय किए गए खेत्र का कोण पता करो। सिर्फ कोण पता करना है असीं। देखो जिहड़ी मिनट वाली सूई हुंदी है वो अपना एक पूरा चक्कर 1 घंटे दे विच तय करदी है। तो 1 घंटे विच बनाया गया कोण, 1 घंटे विच बनाया गया कोण, कितना कोण बनाऊगी वो सूई, ये असी लिखते हैं बनाया गया कोण बराबर है 360 डिग्री। क्यों, मान लो वो सूई जे हुण 12 ते खड़ी है देखो, तो 1 घंटे दे विच वो पूरा चक्कर पूरा कर देगी आपदा। मिनट वाली सूई, घंटे वाली सूई है जी 12 घंटे के एक चक्कर पूरा करती है, पर जी मिनट वाली सूई है वो 1 घंटे के एक पूरा चक्कर कर देंदी है, नहीं पूरा कोण बना देंदी है। एक कितना 360 डिग्री का। 1 घंटा किस दे बराबर होंदा 60 मिनट दे विच। 60 मिनट दे विच जिहड़ा ये कोण है बनाया गया कितना 360 डिग्री का। 1 मिनट दे विच कितना कोण बनेगा ये आपां देख लैने आ। 1 मिनट दे विच तां 360 नूं असीं 60 ते भाग करता, 0 नाल 0 कटती, 6 × 6 36 हुंदा है, ये 6 डिग्री का कोण बन गया। ठीक है 60 मिनटां च 360 डिग्री का कोण बनता सी, 1 मिनट दे विच कितना कोण बनेगा 6 डिग्री का। सानू किन्ने मिनट विच पुछया होया 5 मिनट दे विच, तां 5 मिनट दे विच कितना कोण बनेगा, तो असी 6 डिग्री की गुणा 5 ना कर देंगे, 6 5 कितना आ गया 30 डिग्री। हाँ ये क्लीयर हो गया। 5 मिनट दे विच बेटा जिहड़ा कोण बनना है वो 30 डिग्री का बनना है। तो यही साडा की हैगा राइट आंसर है। तो अगला प्रश्न देखो, अगला साडे कोल देखो क्वेश्चन की है, एक पेटी विच 90 प्लेटां हन, टोटल प्लेटां कितनी है 90, उन्हां दे उपर
1 ਤੋਂ ਲੈ ਕੇ 90 ਤੱਕ ਸੰਖਿਆਵਾਂ ਲਿਖੀਆਂ ਹਨ। ਜੇਕਰ ਇਸ ਪੇਟੀ ਵਿੱਚੋਂ ਇੱਕ ਪਲੇਟ ਅਚਾਨਕ ਬਾਹਰ ਕੱਢੀ ਜਾਂਦੀ ਹੈ ਤਾਂ ਇਸ ਦੀ ਸੰਭਾਵਨਾ ਪਤਾ ਕਰੋ ਕਿ ਇਸ ਪਲੇਟ ਉੱਤੇ ਇੱਕ ਪੂਰਨ ਵਰਗ ਸੰਖਿਆ ਅੰਕਿਤ ਹੈ। ਦੇਖੋ ਕੁੱਲ ਪਲੇਟਾਂ ਜਿਹੜੀਆਂ ਕੁੱਲ ਸੰਖਿਆਵਾਂ ਜਿਹੜੀਆਂ ਸਾਡੇ ਕੋਲ ਕੁੱਲ ਸੰਖਿਆਵਾਂ ਉਹ ਕਿੰਨੀਆਂ? ਪਹਿਲੀ ਗੱਲ ਤਾਂ 90 ਹੈ, 1 ਤੋਂ ਲੈ ਕੇ 90 ਤੱਕ, ਤਾਂ ਕੁੱਲ ਸੰਖਿਆਵਾਂ ਕਿੰਨੀਆਂ? 90। ਤਾਂ ਇਹ ਗੱਲ ਕਲੀਅਰ ਹੈ। ਕੁੱਲ ਪਰਿਣਾਮ ਸਾਡੇ ਕੋਲ 90 ਬਣਨਗੇ, ਟੋਟਲ ਆਊਟਕਮ ਕਿੰਨੀਆਂ? 90 ਹੈ। ਹੁਣ ਕੀ ਹੈਗਾ, ਇਹਨਾਂ ਦੇ ਵਿੱਚੋਂ ਅਸੀਂ ਇਹ ਦੇਖਣਾ ਪੂਰਨ ਵਰਗ ਜਾਨੀ ਪਰਫੈਕਟ ਸਕੁਅਰ, ਪੂਰਨ ਵਰਗ ਸੰਖਿਆਵਾਂ ਕਿਹੜੀਆਂ ਕਿਹੜੀਆਂ ਜਿਹੜੀਆਂ ਕਿਸੇ ਸੰਖਿਆ ਦਾ ਪੂਰਾ ਪੂਰਾ ਵਰਗ ਹਨ। ਤਾਂ ਕਿਹੜੀਆਂ ਕਿਹੜੀਆਂ ਹੋਣਗੀਆਂ? ਦੇਖੋ 1 ਹੈ ਜਿਹੜੀ 1 ਦਾ ਵਰਗ ਹੁੰਦੀ ਹੈ, 4 ਕਿਸ ਦਾ ਵਰਗ ਹੁੰਦੀ ਹੈ? 2 ਦਾ। ਇਸੇ ਤਰ੍ਹਾਂ 9 ਕਿਸ ਦਾ ਵਰਗ ਹੈ? 3 ਦਾ। ਇਸੇ ਤਰ੍ਹਾਂ ਸਾਡੇ ਕੋਲ 16 ਫਿਰ 4 ਦਾ ਵਰਗ ਹੋ ਗਈ ਇਹ 25, ਉਸ ਤੋਂ ਬਾਅਦ 36, ਉਸ ਤੋਂ ਬਾਅਦ ਸਾਡੇ ਕੋਲ 49, 49 ਤੋਂ ਬਾਅਦ ਸਾਡੇ ਕੋਲ ਹੋ ਗਿਆ 64, 64 ਤੋਂ ਬਾਅਦ ਸਾਡੇ ਕੋਲ 81, 81 ਤੋਂ ਬਾਅਦ ਆਊਗੀ ਸਾਡੇ ਕੋਲ 100। 100 ਅਸੀਂ ਲੈ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਜਿਹੜੀਆਂ ਸੰਖਿਆਵਾਂ ਉਹ 90 ਤੱਕ ਹੀ ਹੈ, 1 ਤੋਂ ਲੈ ਕੇ 90 ਤੱਕ। ਤਾਂ ਇਹ ਜਿਹੜੀਆਂ ਬੇਟਾ ਮੈਂ ਸੰਖਿਆਵਾਂ ਲਿਖੀਆਂ ਇਹ ਪੂਰਨ ਵਰਗ ਸੰਖਿਆਵਾਂ ਹੈ। ਇਹ ਕਿਸੇ ਸੰਖਿਆ ਦਾ ਕਿਸੇ ਕੁਦਰਤੀ ਅੰਕ ਦਾ ਵਰਗ ਹੈ। ਜਿਵੇਂ 1 1 ਦਾ ਵਰਗ ਹੈ, 4 2 ਦਾ, ਇਹਨਾਂ ਦਾ ਵਰਗਮੂਲ ਪੂਰਾ ਪੂਰਾ ਆਊਗਾ। 9 3 ਦਾ ਵਰਗ ਹੈ, 16 4 ਦਾ, ਇਸੇ ਤਰੀਕੇ ਨਾਲ। ਠੀਕ ਹੈ, ਤਾਂ ਇਹਨਾਂ ਦੀ ਕੁੱਲ ਗਿਣਤੀ ਕਿੰਨੀ ਹੈ? 1 ਤੋਂ ਲੈ ਕੇ ਅਸੀਂ ਜੇ ਗਿਣਦੇ ਹਾਂ 1 2 3 4 5 6 7 8 9, ਤਾਂ ਇਹ ਕਿੰਨੀ ਹੈ? 9। ਤਾਂ ਜਿਹੜੀ ਸਾਡੇ ਕੋਲ ਸੰਭਾਵਨਾ ਹੋਊਗੀ, ਪ੍ਰੋਬੈਬਿਲਿਟੀ ਹੋਊਗੀ P, ਉਹ ਕਿੰਨੀ ਹੋਊਗੀ? 9/90। ਤਾਂ ਇਹਨੂੰ ਜਦੋਂ ਕੱਟਾਂਗੇ 9 1 9, 9 ਦਾ ਹੈ 90, ਕੱਟ ਕੇ ਕਿੰਨਾ ਆ ਗਿਆ? 1/10। ਤਾਂ ਇਹੀ ਸਾਡੀ ਸੰਭਾਵਨਾ ਹੈ। ਤੀਸਰਾ ਆਪਸ਼ਨ ਸਾਡਾ ਰਾਈਟ ਆਨਸਰ ਹੈ। ਬਿਲਕੁਲ ਆਸਾਨ ਕੁਐਸਚਨ ਸੀ। 1 ਤੋਂ ਲੈ ਕੇ 90 ਤੱਕ ਸਾਡੀਆਂ ਸੰਖਿਆਵਾਂ ਸੀ, ਉਹਨਾਂ ਦੇ ਵਿੱਚ ਅਸੀਂ ਪੂਰਨ ਵਰਗ ਦੇਖੀਆਂ, ਉਹ ਕਿੰਨੀਆਂ? 9 ਹੈ। 9/90 ਸਾਡਾ ਕੀ ਆ ਗਿਆ? ਆਨਸਰ ਆ ਗਿਆ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਇੱਕ ਬੈਗ ਦੇ ਵਿੱਚ 4 ਲਾਲ ਗੇਂਦਾਂ, 5 ਹਰੀਆਂ ਔਰ 6 ਨੀਲੀਆਂ ਗੇਂਦਾਂ ਹੈ। ਤਾਂ ਟੋਟਲ ਕਿੰਨੀਆਂ? ਪਹਿਲਾਂ ਅਸੀਂ ਟੋਟਲ ਦੇਖਦੇ ਹਾਂ ਕਿੰਨੀਆਂ। ਠੀਕ ਹੈ, ਟੋਟਲ ਜਿਹੜੀਆਂ ਬਾਲਜ਼ ਨੇ ਉਹ ਕਿੰਨੀਆਂ? ਟੋਟਲ ਸਾਡੇ ਕੋਲ ਦੇਖੋ 4 ਤੇ 5 9, 9 ਤੇ 6 ਕਿੰਨੀਆਂ ਹੋ ਗਈਆਂ? 15। ਟੋਟਲ ਸਾਡੇ ਕੋਲੇ 15 ਗੇਂਦਾਂ। ਹੁਣ ਸਾਨੂੰ ਜਿਹੜੀ ਸੰਭਾਵਨਾ ਪੁੱਛੀ ਹੋਈ ਹੈ, ਕੀ ਕਿਹਾ ਹੋਇਆ ਹੈ? ਇੱਕ ਗੇਂਦ ਬੈਗ ਵਿੱਚੋਂ ਅਚਾਨਕ ਕੱਢੀ ਜਾਂਦੀ ਹੈ, ਇਹ ਗੇਂਦ ਹਰੀ ਨਹੀਂ ਹੈ, ਹਰੀ ਨਹੀਂ ਹੋਣੀ ਚਾਹੀਦੀ, ਉਸ ਤੋਂ ਇਲਾਵਾ ਕੋਈ ਮਰਜ਼ੀ ਗੇਂਦ ਹੋ ਜੇ, ਹਰੀ ਨਹੀਂ। ਠੀਕ ਹੈ, ਇਹਦੀ ਸੰਭਾਵਨਾ ਅਸੀਂ ਦੱਸਣੀ ਹੈ। ਹਰੀ ਗੇਂਦ ਨੂੰ ਛੱਡ ਦਿਓ, ਕੱਲੀ ਨੂੰ, ਹਰੀਆਂ ਨੂੰ ਛੱਡ ਦਿਓ। ਹਰੀਆਂ ਕਿੰਨੀਆਂ ਸੀ? 5, ਇਹਨਾਂ ਨੂੰ ਛੱਡ ਦਿਓ। ਠੀਕ ਹੈ, ਹੋਰ ਕੋਈ ਵੀ ਗੇਂਦ ਨਿਕਲ ਸਕਦੀ ਹੈ। 4 ਲਾਲ ਔਰ 6 ਨੀਲੀਆਂ, ਇਹਨਾਂ ਦੇ ਵਿੱਚੋਂ ਕੋਈ ਵੀ ਗੇਂਦ ਅਸੀਂ ਬਾਹਰ ਕੱਢ ਸਕਦੇ ਹਾਂ। ਤਾਂ ਕਿੰਨੀਆਂ ਹੋ ਗਈਆਂ ਟੋਟਲ? 10। ਤਾਂ ਸੰਭਾਵਨਾ ਹਰੀ ਨਹੀਂ ਦੀ ਕੀ ਹੋਊਗੀ? ਹਰੀ ਬਾਲ ਨੂੰ ਅਸੀਂ ਛੱਡ ਰਹੇ ਹਾਂ, ਉਹ 10/15। ਤਾਂ ਇਹਨੂੰ ਕੱਟੋ, 5 ਦੂਣੀ 10, 5 ਤੀਏ 15, 2/3। ਜੇ ਸਾਨੂੰ ਹਰੀ ਗੇਂਦ ਦੀ ਸੰਭਾਵਨਾ ਪੁੱਛੀ ਹੁੰਦੀ ਤਾਂ ਅਸੀਂ ਕੱਲੀਆਂ ਹਰੀਆਂ ਲੈਣੀਆਂ ਸੀ, ਫਿਰ ਸਾਡਾ ਉੱਤਰ ਹੁੰਦਾ 5/15। ਜੇ ਲਾਲ ਗੇਂਦ ਦੀ ਸੰਭਾਵਨਾ ਕੱਢਣੀ ਹੁੰਦੀ ਫਿਰ ਅਸੀਂ ਲਿਖਦੇ ਉੱਤਰ ਸਾਡਾ 4/15। ਜੇ ਨੀਲੀ ਗੇਂਦ ਦੀ ਸੰਭਾਵਨਾ ਕੱਢਣੀ ਹੁੰਦੀ ਉਹ ਹੁੰਦੇ 6/15। ਤਾਂ ਇਹਨੂੰ ਬਸ ਯਾਦ ਰੱਖੋ, ਜਿਹੜੀ ਸਾਨੂੰ ਸੰਭਾਵਨਾ ਪੁੱਛੀ ਹੋਈ ਹੈ ਅਸੀਂ ਉਹੀ ਸਾਡੇ ਅਨੁਕੂਲ ਪਰਿਣਾਮ ਲੈਣੇ। ਤਾਂ 2/3 ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਦੇਖੋ, ਜਿਹੜੀ ਸੰਭਾਵਨਾ ਵਾਲੇ ਬੇਟਾ ਕੁਐਸਚਨ ਹੈ ਇਹ ਸਿਰਫ ਫ੍ਰੀ ਦੇ ਨੰਬਰ ਹੈ, ਕੋਈ ਜ਼ਿਆਦਾ ਇਹਦੇ ਵਿੱਚ ਕੈਲਕੂਲੇਸ਼ਨ ਨਹੀਂ ਹੈਗੀ। ਇੱਕ ਬੱਚੇ ਕੋਲ ਇੱਕ ਬਲੋਕ ਹੈਗਾ, ਦੇਖੋ ਉਹਦੇ ਉੱਪਰ ABCDEA ਇਹ ਸਾਡੇ ਕੋਲੇ ਜਿਹੜੇ ਫਲਕ ਬਣੇ ਹੋਏ ਹੈ, 6 ਪਾਸੇ ਜਿਹੜੇ ਹੁੰਦੇ ਹੈਗੇ ਘਣ ਦੇ, ਉਹਦੇ ਪਾਸੇ ਇਹ ਜਿਹੜੇ ਅੱਖਰ ਇਹ ਲਿਖੇ ਹੋਏ ਆ। ਤਾਂ ਕੁੱਲ ਪਰਿਣਾਮ ਦੇਖੋ ਕਿੰਨੇ ਆ? ਕੁੱਲ ਪਰਿਣਾਮ ਸਾਡੇ ਕੋਲ ਹੈਗੇ ਆ 6। ਕੁੱਲ ਪਰਿਣਾਮ ਕਿੰਨੇ ਸਾਡੇ ਕੋਲ? 6 ਹੈ। 6 ਉਹਦੇ ਪਾਸੇ ਸੀ, ਤਾਂ ਇਹ ਸਾਡੇ ਕੋਲੇ 6 ਜਿਹੜੇ ਅੱਖਰ ਲਿਖੇ ਹੋਏ ਆ ਸਾਡੇ ਕੁੱਲ ਪਰਿਣਾਮ ਹੈ। ਜਦੋਂ ਉਸ ਨੂੰ ਸੁੱਟਿਆ ਜਾਂਦਾ, ਕਹਿੰਦੇ ਇੱਕ ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ, ਇਸ ਦੀ ਸੰਭਾਵਨਾ ਕੀ ਹੈ ਕਿ A ਪ੍ਰਾਪਤ ਹੋਵੇ? ਕੀ ਪ੍ਰਾਪਤ ਹੋਵੇ? A। ਤਾਂ ਤੁਸੀਂ ਦੇਖੋ ਜਿਹੜਾ A ਹੈ ਉਹ 2 ਵਾਰ ਹੈ, ਇੱਕ ਵਾਰ ਦੇਖੋ ਸਟਾਰਟਿੰਗ 'ਚ ਹੈ, ਇੱਕ ਵਾਰ ਲਾਸਟ 'ਤੇ ਹੈ। ਤਾਂ ਅਨੁਕੂਲ ਪਰਿਣਾਮ ਸਾਡੇ 2 ਹੋ ਗਏ, ਕੁੱਲ ਕਿੰਨੇ ਸੀ? 6 ਸੀ। ਤਾਂ ਸੰਭਾਵਨਾ ਕਿੰਨੀ ਹੋ ਗਈ? 2/6। ਇਹਨੂੰ ਕੱਟ ਦਿਓ, 1 2 ਤੀਆ 6। ਤਾਂ 1/3 ਸਾਡਾ ਕੀ ਹੈ? ਰਾਈਟ ਆਨਸਰ ਹੈ। ਜੇ ਕਿਸੇ ਹੋਰ
ਇਹਨਾਂ ਇਸ ਤੋਂ ਇਲਾਵਾ ਮੰਨ ਲਓ B ਦੀ ਸੰਭਾਵਨਾ ਪੁੱਛੀ ਹੁੰਦੀ ਤਾਂ B ਇੱਕ ਵਾਰ ਹੈ, ਫਿਰ ਸਾਡਾ ਆਨਸਰ 1/6 ਹੋਣਾ ਸੀ। C ਦੀ ਪੁੱਛੀ ਹੁੰਦੀ ਸੰਭਾਵਨਾ, ਉਹ ਵੀ ਸਾਡਾ ਆਨਸਰ 1/6 ਹੀ ਆਉਣਾ ਸੀ। ਠੀਕ ਹੈ, ਜਿਹੜਾ 2 ਵਾਰ ਹੈ ਉਹਦੀ ਸੰਭਾਵਨਾ 2/6 ਕਰਾਂਗੇ, ਜਿਹੜਾ 1 ਵਾਰ ਹੈ ਉਹਦੀ ਸੰਭਾਵਨਾ 1/6 ਕਰਾਂਗੇ। ਬਹੁਤ ਹੀ ਆਸਾਨੀ ਨਾਲ ਇਸ ਕੁਐਸਚਨ ਨੂੰ ਅਸੀਂ ਕਰ ਸਕਦੇ ਹਾਂ। ਅਗਲਾ ਪ੍ਰਸ਼ਨ, ਜੇਕਰ PA ਘਟਨਾ A ਦੀ ਸੰਭਾਵਨਾ ਨੂੰ ਦਰਸਾਉਂਦਾ ਹੈ ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਤਾਂ ਇੱਕ ਗੱਲ ਬੇਟਾ ਯਾਦ ਰੱਖੋ, ਜਿਹੜੀ ਸੰਭਾਵਨਾ ਹੁੰਦੀ ਹੈ ਕਿਸੇ ਵੀ ਇਵੈਂਟ ਦੀ PA, ਉਹ 0 ਵੀ ਹੋ ਸਕਦੀ ਹੈ। ਕਦੋਂ ਹੋਊਗੀ? ਜਦੋਂ ਸਾਡੇ ਕੋਲੇ ਘਟਨਾ ਅਸੰਭਵ ਹੋਊਗੀ, ਇੰਪੋਸੀਬਲ ਇਵੈਂਟ ਹੋਊਗਾ। ਜਿਹੜਾ ਇੰਪੋਸੀਬਲ ਇਵੈਂਟ ਹੁੰਦਾ ਹੈ, ਜਿਹੜੀ ਘਟਨਾ ਸੰਭਵ ਹੀ ਨਹੀਂ ਹੈਗੀ, ਅਸੰਭਵ ਘਟਨਾ ਹੈ, ਉਹਦੀ ਸੰਭਾਵਨਾ 0 ਹੁੰਦੀ ਹੈ। ਔਰ ਜਿਹੜੀ ਘਟਨਾ ਸਾਡੇ ਕੋਲੇ ਪੱਕਾ ਹੋ ਸਕਦੀ ਹੈ, ਸ਼ੋਰ ਇਵੈਂਟ, ਜਿਹਨੂੰ ਅਸੀਂ ਨਿਸ਼ਚਿਤ ਘਟਨਾ ਕਹਿੰਦੇ ਆ, ਉਹਦੀ ਸੰਭਾਵਨਾ ਕਿਹਦੇ ਬਰਾਬਰ ਹੁੰਦੀ ਹੈ? 1 ਦੇ। ਦੇਖੋ 0 ਕਿਸ ਦੀ ਹੋਊਗੀ? ਅਸੰਭਵ ਘਟਨਾ ਦੀ, ਇੰਪੋਸੀਬਲ ਇਵੈਂਟ ਦੀ। ਠੀਕ ਹੈ, ਇੰਪੋਸੀਬਲ ਇਵੈਂਟ। ਤੁਹਾਨੂੰ ਇਹ ਕੁਐਸਚਨ ਪੁੱਛ ਸਕਦੇ ਆ, ਅਸੰਭਵ ਘਟਨਾ ਦੀ ਸੰਭਾਵਨਾ ਕਿੰਨੀ ਹੁੰਦੀ ਹੈ? ਤਾਂ ਸਾਡਾ ਆਨਸਰ ਹੋਊਗਾ 0। ਔਰ ਇੱਕ ਹੁੰਦੀ ਹੈ ਨਿਸ਼ਚਿਤ ਘਟਨਾ, ਪੱਕਾ, ਜਿਹੜੀ ਘਟਿਤ ਹੋਣੀ ਹੀ ਹੋਣੀ ਹੈ, ਨਿਸ਼ਚਿਤ ਘਟਨਾ, ਜਿਹਨੂੰ ਅਸੀਂ ਕਹਿੰਦੇ ਸ਼ੋਰ ਇਵੈਂਟ। ਤਾਂ ਉਸ ਦੀ ਜਿਹੜੀ ਸੰਭਾਵਨਾ ਹੁੰਦੀ ਹੈ ਸ਼ੋਰ ਇਵੈਂਟ ਦੀ, ਉਹ ਕਿੰਨੀ ਹੁੰਦੀ ਹੈ? 1 ਹੁੰਦੀ ਹੈ। ਹੁਣ ਜਿਹੜੀ ਘਟਨਾ ਨਿਸ਼ਚਿਤ ਵੀ ਨਹੀਂ ਹੈਗੀ ਔਰ ਅਸੰਭਵ ਨਹੀਂ ਹੈਗੀ, ਯਾਨੀ ਅਨਿਸ਼ਚਿਤ ਹੈ, ਜਿਹੜੀ ਵਾਪਰ ਵੀ ਸਕਦੀ ਹੈ ਔਰ ਨਹੀਂ ਵੀ, ਉਹਦੀ ਸੰਭਾਵਨਾ 0 ਤੋਂ ਵੱਡੀ ਹੁੰਦੀ ਹੈ ਔਰ 1 ਤੋਂ ਕੀ ਹੁੰਦੀ ਹੈ? ਛੋਟੀ ਹੁੰਦੀ ਹੈ। ਤਾਂ ਸਾਡੇ ਕੋਲ ਇੱਥੋਂ ਨਿਸ਼ਕਰਸ਼ ਨਿਕਲ ਕੇ ਕੀ ਆਇਆ? ਕਿਸੇ ਵੀ ਇਵੈਂਟ ਦੀ ਜਿਹੜੀ ਘਟਨਾ ਹੈ ਉਹ 0 ਤੋਂ ਵੱਡੀ ਜਾਂ ਬਰਾਬਰ ਹੋ ਸਕਦੀ ਹੈ ਔਰ 1 ਤੋਂ ਛੋਟੀ ਜਾਂ ਬਰਾਬਰ ਹੋ ਸਕਦੀ ਹੈ। ਤਾਂ ਇਹ ਸਾਡਾ ਆਨਸਰ ਹੋਣਾ ਚਾਹੀਦਾ। ਦੇਖੋ ਬੇਟਾ ਕਿੱਥੇ ਮਿਲ ਰਿਹਾ ਹੈਗਾ? ਤੀਸਰਾ ਆਪਸ਼ਨ, ਬਿਲਕੁਲ ਐਗਜ਼ੈਕਟ ਜਿਹੜਾ ਤੀਸਰਾ ਆਪਸ਼ਨ ਹੈ ਸਾਡਾ, ਉਹ ਰਾਈਟ ਆਨਸਰ ਹੈ। ਤਾਂ ਇਸ ਤਰੀਕੇ ਨਾਲ ਤੁਸੀਂ ਇਸਨੂੰ ਯਾਦ ਰੱਖਣਾ ਹੈ। ਤਾਂ ਹੁਣੀ ਜਿਹੜੀ ਮੈਂ ਤੁਹਾਨੂੰ ਬੇਟਾ ਗੱਲ ਦੱਸੀ ਸੀ, ਜੇ ਤੁਸੀਂ ਲਾਸਟ ਕੁਐਸਚਨ ਹੈ ਜਿਹੜਾ ਸਾਡੇ ਕੋਲੇ 40ਵਾਂ ਕੁਐਸਚਨ ਉਹਨੂੰ ਦੇਖੋਗੇ ਤਾਂ ਉੱਥੇ ਇਹੀ ਕੁਐਸਚਨ ਪੁੱਛਿਆ ਹੈ, ਕਿਸੇ ਅਸੰਭਵ ਘਟਨਾ ਦੀ ਵਾਪਰਨ ਦੀ ਸੰਭਾਵਨਾ ਕਿੰਨੀ ਹੁੰਦੀ ਹੈ? ਇੰਪੋਸੀਬਲ ਇਵੈਂਟ ਦੀ ਗੱਲ ਕਰ ਰਹੇ ਹੈ, ਤਾਂ ਉਹਦੀ ਸੰਭਾਵਨਾ ਕੀ ਹੋਊਗੀ? 0 ਹੋਊਗੀ। ਇਹ ਇਹਦਾ ਕੀ ਹੋਊਗਾ? ਰਾਈਟ ਆਨਸਰ ਹੋਊਗਾ। ਤਾਂ ਇੱਕ ਕੁਐਸਚਨ ਸਾਡਾ ਵਿੱਚ ਰਹਿ ਗਿਆ ਸੀ 39, ਇਹਨੂੰ ਵੀ ਆਪਾਂ ਕਰ ਲੈਂਦੇ ਹਾਂ। ਚੰਗੀ ਤਰ੍ਹਾਂ ਫੈਂਟੀ ਹੋਈ 52 ਪੱਤਿਆਂ ਦੀ ਤਾਸ਼ ਦੀ ਗੁੱਟੀ ਦੇ ਵਿੱਚੋਂ ਕੁੱਲ ਪੱਤੇ ਕਿੰਨੇ? ਦੇਖੋ ਜੀ 52। ਇੱਕ ਪੱਤੇ ਦੇ ਲਾਲ ਚਿੱਤਰ ਪੱਤਾ ਹੋਣ ਦੀ ਸੰਭਾਵਨਾ ਕੀ ਹੋਵੇਗੀ? ਇੱਕ ਪੱਤਾ ਅਸੀਂ ਬਾਹਰ ਕੱਢ ਰਹੇ ਹਾਂ ਉਹਦੇ ਵਿੱਚੋਂ, ਔਰ ਉਹ ਕਿਹੜਾ ਪੱਤਾ ਹੋਣਾ ਚਾਹੀਦਾ? ਲਾਲ ਚਿੱਤਰ ਪੱਤਾ, ਫੇਸ ਕਾਰਡ, ਰੈੱਡ ਫੇਸ ਕਾਰਡ ਦੀ ਗੱਲ ਕਰ ਰਹੇ ਆ, ਰੈੱਡ ਫੇਸ ਕਾਰਡ ਜਾਨੀ ਲਾਲ ਚਿੱਤਰ ਪੱਤਾ। ਪਹਿਲੀ ਗੱਲ ਤਾਂ ਜਿਹੜਾ ਚਿੱਤਰ ਪੱਤਾ ਹੁੰਦਾ ਉਹ ਕਿਹੜਾ ਹੁੰਦਾ ਹੈਗਾ, ਇਹ ਗੱਲ ਨੂੰ ਤੁਸੀਂ ਦੇਖੋਗੇ ਤਾਂ ਮੈਂ ਤੁਹਾਨੂੰ ਦੱਸ ਦਿੰਦਾ। ਦੇਖੋ ਸਾਡੇ ਕੋਲੇ ਜਿਹੜੀ ਤਾਸ਼ ਹੁੰਦੀ ਉਹਦੇ 52 ਪੱਤਿਆਂ ਦੇ ਵਿੱਚੋਂ ਜਿਹੜੇ ਚਿੱਤਰ ਪੱਤੇ ਹੁੰਦੇ ਆ, ਕੁੱਲ ਪੱਤੇ ਟੋਟਲ ਕਿੰਨੇ ਹੁੰਦੇ ਆ ਤਾਸ਼ ਦੇ ਵਿੱਚ? 52। ਹੁਣ ਗੱਲ ਹੁੰਦੀ ਹੈ ਚਿੱਤਰ ਪੱਤੇ ਦੀ, ਫੇਸ ਕਾਰਡ ਦੀ, ਜਿਹਨੂੰ ਅਸੀਂ ਮੂਰਤਾ ਕਹਿੰਦੇ ਆ, ਜਿਹਦੇ ਉੱਪਰ ਕੋਈ ਨਾ ਕੋਈ ਚਿਹਰਾ ਬਣਿਆ ਹੁੰਦਾ। ਉਹ ਕਿਹੜੇ ਹੁੰਦੇ ਹੈਗੇ? ਜੈਕ, ਜਿਹਦੇ ਉੱਪਰ ਜੇ ਲਿਖਿਆ ਹੁੰਦਾ, ਕੁਈਨ, ਜਿਹਨੂੰ ਅਸੀਂ ਕਿਊ ਲਿਖਿਆ ਹੁੰਦਾ, ਔਰ ਇੱਕ ਹੁੰਦਾ ਕਿੰਗ। ਇਹਨਾਂ ਦੇ ਉੱਪਰ ਮੂਰਤਾਂ ਬਣੀਆਂ ਹੁੰਦੀਆਂ, ਫੋਟੋਆਂ ਬਣੀਆਂ ਹੁੰਦੀਆਂ। ਇਹਨੂੰ ਅਸੀਂ ਗੁਲਾਮ ਕਹਿੰਦੇ ਆ, ਜੇ ਵਾਲੇ ਨੂੰ, ਇਹਨੂੰ ਅਸੀਂ ਬੇਗਮ ਕਹਿੰਦੇ ਆ, ਔਰ ਇਹਨੂੰ ਅਸੀਂ ਕਹਿੰਦੇ ਆ ਬਾਦਸ਼ਾਹ। ਇਹਨਾਂ ਦੇ ਉੱਪਰ ਮੂਰਤਾਂ ਬਣੀਆਂ ਹੁੰਦੀਆਂ। 2 ਇਹਨਾਂ ਦੇ ਵਿੱਚੋਂ ਦੇਖੋ ਗੁਲਾਮ ਹੁੰਦੇ ਆ ਜਿਹੜੇ ਲਾਲ ਰੰਗ ਦੇ ਹੁੰਦੇ ਆ, ਰੈੱਡ ਕਲਰ ਦੇ। 2 ਹੀ ਕੀ ਹੁੰਦੇ ਆ? ਬਲੈਕ ਕਲਰ ਦੇ ਹੁੰਦੇ ਆ। 4 ਗੁਲਾਮ ਹੁੰਦੇ ਆ ਸਾਰੇ। 2 ਹੀ ਇਸੇ ਤਰ੍ਹਾਂ ਬੇਗਮ ਰੈੱਡ ਕਲਰ ਦੀਆਂ ਹੋਣਗੀਆਂ, 2 ਬਲੈਕ ਕਲਰ ਦੀਆਂ ਹੋਣਗੀਆਂ। ਇਸੇ ਤਰ੍ਹਾਂ ਜਿਹੜੇ ਬਾਦਸ਼ਾਹ ਹੁੰਦੇ ਆ, 2 ਲਾਲ ਰੰਗ ਦੇ ਹੋਣਗੇ, 2 ਕਾਲੇ ਰੰਗ ਦੇ। ਹੁਣ ਲਾਲ ਰੰਗ ਦੇ ਕਿਹੜੇ ਕਿਹੜੇ ਹੁੰਦੇ ਆ ਤੁਹਾਨੂੰ ਦੱਸ ਦਿੰਦੇ ਆ। ਇੱਕ ਤਾਂ ਪਾਨ ਦਾ ਬਾਦਸ਼ਾਹ ਔਰ ਇੱਕ ਇੱਟ ਦਾ, ਜਿਹਨੂੰ ਅਸੀਂ ਹਾਰਟ ਔਰ ਡਾਇਮੰਡ ਕਹਿੰਦੇ ਇੰਗਲਿਸ਼ ਦੇ ਵਿੱਚ, ਹਾਰਟ ਔਰ ਡਾਇਮੰਡ। ਬਲੈਕ ਕਿਹੜੇ ਕਿਹੜੇ ਹੁੰਦੇ ਇਹ ਵੀ ਤੁਹਾਨੂੰ ਪਤਾ ਹੋਊਗਾ, ਚਿੜੀ ਅਤੇ ਹੁਕਮ, ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਕਹਿੰਦੇ ਆ ਕਲੱਬ ਔਰ ਸਪੇਡ। ਕਲੱਬ, ਚਿੜੀ ਨੂੰ ਕਲੱਬ ਕਹਿੰਦੇ ਆ, ਹੁਕਮ ਨੂੰ ਸਪੇਡ ਕਹਿੰਦੇ ਆ। ਠੀਕ ਹੈ, ਹੁਣ ਜਿਹੜੇ ਸਾਡੇ ਕੋਲੇ ਲਾਲ ਰੰਗ ਦੇ ਚਿੱਤਰ ਪੱਤੇ ਸੀ, ਤੁਸੀਂ ਦੇਖੋਗੇ ਕਿੰਨੇ ਆ ਗਏ?
ਤੁਸੀਂ ਜੋੜ ਕੇ ਦੇਖ ਲਓ। ਲਾਲ ਵਾਲੇ ਸਿਰਫ 2 ਤੇ 2 4, 4 ਤੇ 2 6 ਹੁੰਦੇ ਆ। 6 ਸਾਡੇ ਕੋਲੇ ਲਾਲ ਚਿੱਤਰ ਪੱਤੇ ਹੁੰਦੇ ਆ ਔਰ 6 ਹੀ ਸਾਡੇ ਕੋਲੇ ਬਲੈਕ ਹੁੰਦੇ ਆ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਤਾਂ ਹੁਣ ਲਾਲ ਪੱਤੇ ਜਿਹੜੇ ਬਾਦਸ਼ਾਹ ਹੁੰਦੇ ਨਾ, 2 ਤੁਹਾਨੂੰ ਮੈਂ ਦੱਸਾਂ, ਇੱਕ ਪਾਨ ਦਾ ਬਾਦਸ਼ਾਹ ਤੁਸੀਂ ਦੇਖੋਗੇ, ਬਾਕੀ ਸਾਰੇ ਬਾਦਸ਼ਾਹਾਂ ਦੇ ਮੁੱਛਾਂ ਹੁੰਦੇ ਆ, ਇਕੱਲੇ ਪਾਨ ਦੇ ਬਾਦਸ਼ਾਹ ਦੇ ਬੇਟਾ ਮੁੱਛਾਂ ਨਹੀਂ ਹੁੰਦੀਆਂ। ਧਿਆਨ ਨਾਲ ਦੇਖੋ ਤਾਸ਼ ਨੂੰ ਅੱਜ ਜਾ ਕੇ, ਇਹ ਗੱਲ ਤੁਹਾਨੂੰ ਪਤਾ ਨਹੀਂ ਹੋਣੀ, ਚੈੱਕ ਕਰੋ ਇਸ ਗੱਲ ਨੂੰ, ਠੀਕ ਹੈ। ਹੁਣ ਆਪਾਂ ਦੱਸਦੇ ਹਾਂ 6 ਸਾਡੇ ਕੋਲੇ ਦੇਖੋ ਲਾਲ ਰੰਗ ਦੇ ਬਾਦਸ਼ਾਹ ਸੀ ਤਾਂ ਉਹਦੀ ਸੰਭਾਵਨਾ ਕਿੰਨੀ ਹੋਊਗੀ। ਸੌਰੀ 6 ਸਾਡੇ ਕੋਲੇ ਲਾਲ ਰੰਗ ਦੇ ਚਿੱਤਰ ਪੱਤੇ ਸੀਗੇ, ਅਸੀਂ ਚਿੱਤਰ ਪੱਤਿਆਂ ਦੀ ਗੱਲ ਕਰ ਰਹੇ ਹਾਂ ਨਾ। ਤਾਂ 6/52 ਸਾਡਾ ਉੱਤਰ ਹੋਣਾ ਚਾਹੀਦਾ। ਇਹਨੂੰ ਕੱਟ ਲਓ, 2 ਤੀਆ 6, ਇਹਨੂੰ ਕੱਟਾਂਗੇ 26 ਦੂਣਾ 52, ਤਾਂ 3/26 ਸਾਡਾ ਰਾਈਟ ਆਨਸਰ ਹੈ। ਦੇਖੋ ਜੇ ਆਪਸ਼ਨ ਦੇ ਵਿੱਚ ਹੈ, ਦੇਖੋ ਪਹਿਲਾ ਆਪਸ਼ਨ ਸਾਡਾ ਕੀ ਹੈਗਾ, ਰਾਈਟ ਆਨਸਰ। ਤਾਂ ਦੁਬਾਰਾ ਮੈਂ ਐਕਸਪਲੇਨ ਕਰ ਦੇਣਾ ਥੋੜ੍ਹਾ ਜਿਹਾ। ਇਸ ਚਿੱਤਰ ਪੱਤੇ ਹੁੰਦੇ ਜਿਹੜੇ ਤਾਸ਼ ਦੇ ਵਿੱਚ, ਉਹ ਸਾਰੇ 12 ਹੁੰਦੇ ਆ। 4 ਗੁਲਾਮ, 4 ਸਾਡੇ ਕੋਲੇ ਬੇਗੀਆਂ ਜਾਨੀ ਬੇਗਮ ਕਹਿੰਦੇ ਆ, ਔਰ 4 ਬਾਦਸ਼ਾਹ, ਜਿਨ੍ਹਾਂ ਦੇ ਵਿੱਚੋਂ 12 ਦੇ ਵਿੱਚੋਂ 6 ਕਾਲੇ ਹੋਣਗੇ, 6 ਲਾਲ ਹੋਣਗੇ। ਤਾਂ ਲਾਲ ਚਿੱਤਰ ਪੱਤੇ ਦੀ ਸਾਨੂੰ ਸੰਭਾਵਨਾ ਪੁੱਛੀ ਸੀ, ਅਸੀਂ 6/52 ਕੀਤਾ। ਜੇ ਸਾਨੂੰ ਇਕੱਲੇ ਚਿੱਤਰ ਪੱਤੇ ਦੀ ਸੰਭਾਵਨਾ ਪੁੱਛੀ ਹੁੰਦੀ, ਅਸੀਂ 12/52 ਕਰਦੇ। ਹੁਣ ਸਿਰ ਸਾਨੂੰ ਕਿਹਾ ਸੀ ਲਾਲ ਚਿੱਤਰ ਪੱਤਾ, ਇਸ ਕਰਕੇ ਅਸੀਂ 6/52 ਕੀਤਾ। ਇਹਨੂੰ ਕੱਟਿਆ, 2 ਤੀਆ 6 ਹੁੰਦਾ ਔਰ 26 ਦੂਣਾ 52, ਤਾਂ 3/26 ਸਾਡਾ ਕੀ ਆ ਗਿਆ, ਰਾਈਟ ਆਨਸਰ। ਤਾਂ ਅੱਜ ਦੀ ਕਲਾਸ ਦੇ ਵਿੱਚ ਬੇਟਾ ਆਪਾਂ ਜਿਹੜਾ ਇਹ ਸਾਰਾ ਪੇਪਰ ਸੀ ਜਿਹੜਾ ਆਪਣਾ, ਉਹਨੂੰ ਆਪਾਂ ਪੂਰਾ ਸੋਲਵ ਕੀਤਾ। ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਆਇਆ ਹੋਊਗਾ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਆਪਣੇ ਸਾਥੀ ਸਟੂਡੈਂਟਸ ਨੂੰ ਜ਼ਰੂਰ ਵੀਡੀਓ ਸ਼ੇਅਰ ਕਰਿਆ ਕਰੋ, ਤਾਂ ਕਿ ਸਾਰੇ ਬੱਚੇ ਇਸ ਤੋਂ ਪੂਰਾ ਫਾਇਦਾ ਲੈ ਸਕਣ ਔਰ ਵਧੀਆ ਨੰਬਰਾਂ ਦੇ ਨਾਲ ਪਾਸ ਹੋ ਸਕਣ। ਤਾਂ ਇਸੇ ਉਮੀਦ ਦੇ ਵਿੱਚ ਮਿਲਦੇ ਹਾਂ ਆਪਾਂ ਅਗਲੀ ਕਲਾਸ ਦੇ ਵਿੱਚ। ਔਰ ਜਿਹੜੇ ਬੱਚੇ ਪਹਿਲੀ ਵਾਰ ਚੈਨਲ ਨੂੰ ਵਿਜ਼ਿਟ ਕਰ ਰਹੇ ਨੇ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਜਿਹੜਾ ਬੈਲ ਦਾ ਨੋਟੀਫਿਕੇਸ਼ਨ ਹੈ ਉਸ ਨੂੰ ਔਨ ਕਰ ਦਿਓ, ਤਾਂ ਕਿ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰੀਏ ਤਾਂ ਉਹਦਾ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਤਾਂ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ। ਧੰਨਵਾਦ।